हेलो एवरीवन, हाउ आर यू। ਅੱਜ ਅਸੀਂ ਕਰਨ ਜਾ ਰਹੇ ਹਾਂ ਕਲਾਸ 8 ਲੈਸਨ 8 ਵੀ ਹੂ ਲਵ ਬੁੱਕਸ, ਜੋ ਕਿ ਇੱਕ ਪੋਇਮ ਹੈ ਰਿਟਨ ਬਾय ਰਸਕਿਨ ਬੌਂਡ। ਸੋ ਇਹ ਬਿਊਟੀਫੁਲ ਪੋਇਮ ਕਿਸ ਚੀਜ਼ ਬਾਰੇ ਹੈ, ਕਿਸ ਚੀਜ਼ ਦੀ ਇੰਪੋਰਟੈਂਸ ਬਾਰੇ ਹੈ, ਇਹ ਸਾਰਾ ਕੁਝ ਜਾਣਨ ਤੋਂ ਪਹਿਲਾਂ, ਇਸ ਪੋਇਮ ਦਾ ਆਨੰਦ ਮਾਣਨ ਤੋਂ ਪਹਿਲਾਂ ਆਓ ਸਭ ਤੋਂ ਪਹਿਲਾਂ ਐਕਟੀਵਿਟੀ 1 ਕਰੀਏ, ਜਿਸ ਨਾਲ ਸਾਨੂੰ ਪੋਇਮ ਪੜ੍ਹਨ 'ਚ ਹੋਰ ਜ਼ਿਆਦਾ ਆਨੰਦ ਆ ਸਕੇ। ਸੋ ਐਕਟੀਵਿਟੀ ਫਸਟ ਕੀ ਹੈ? ਇਹਦੇ ਵਿੱਚ ਅਸੀਂ ਨਵੇਂ ਵਰਡਸ ਦੇਖਾਂਗੇ, ਉਹਨਾਂ ਦੇ ਮੀਨਿੰਗ, ਪ੍ਰੋਨਾਂਸੀਏਸ਼ਨ, ਸਪੈਲਿੰਗਸ। ਓਕੇ, ਲੈਟਸ ਸਟਾਰਟ। ਸੋ ਸਭ ਤੋਂ ਪਹਿਲਾਂ ਫੈਮਿਲੀਅਰ। ਫੈਮਿਲੀਅਰ ਹੁੰਦਾ ਹੈ ਜਾਣ ਪਹਿਚਾਣ, ਠੀਕ। ਸੈਕਿੰਡ ਹੈ ਟਾਈਮਲੈਸ, ਸਮੇਂ ਦੇ ਪ੍ਰਭਾਵ ਤੋਂ ਰਹਿਤ, ਭਾਵ ਜਿਹੜੀ ਚੀਜ਼ ਸਮੇਂ ਦੇ ਬੀਤਣ ਦੇ ਨਾਲ ਪੁਰਾਣੀ ਨਾ ਹੋਵੇ, ਹਮੇਸ਼ਾ ਤੁਹਾਨੂੰ ਰਿਫਰੈਸ਼ ਕਰੇ, ਸਦਾ ਨਵੀਂ ਹੋਵੇ, ਉਹਨੂੰ ਆਪਾਂ ਕਹਿੰਦੇ ਹਾਂ ਤਾਂ ਟਾਈਮਲੈਸ ਹੈ। ਰਿਫਰੇਨ ਹੁੰਦਾ ਹੈ ਸਥਾਈ। ਜੋ ਮਿਊਜ਼ਿਕ ਵਾਲੇ ਨੇ ਜਾਂ ਜੋ ਕਵਿਤਾਵਾਂ ਪੜ੍ਹਦੇ ਨੇ ਉਹ ਜ਼ਰੂਰ ਹੀ ਇਸ ਵਰਡ ਤੋਂ ਜਾਣੂ ਹੋਣਗੇ। ਸਥਾਈ ਤੋਂ ਭਾਵ ਹੁੰਦਾ ਜਦੋਂ ਅਸੀਂ ਕੋਈ ਤੁਕ, ਕੋਈ ਲਾਈਨ ਬਾਰ-ਬਾਰ ਰਿਪੀਟ ਕਰੀਏ ਕਿਸੇ ਕਵਿਤਾ ਦੇ ਵਿੱਚ, ਕਿਸੇ ਸ਼ਬਦ ਦੇ ਵਿੱਚ, ਠੀਕ, ਕਿਸੇ ਗੀਤ ਦੇ ਵਿੱਚ, ਉਸ ਨੂੰ ਆਪਾਂ ਕਹਿੰਦੇ ਆ ਰਿਫਰੇਨ। ਸੋ ਜੇ ਇੱਕ ਸ਼ਬਦ ਚ ਕਹਿਣਾ ਹੋਵੇ ਤਾਂ ਅਸੀਂ ਲਿਖਾਂਗੇ ਸਥਾਈ। ਵਰਸ ਹੁੰਦੀ ਕਵਿਤਾ। ਨੈਕਸਟ ਹੈ ਕੰਪੈਨੀਅਨਸ, ਸਾਥੀ। ਨਰਿਸ਼, ਵਿਕਸਿਤ ਕਰਨਾ, ਕਿਸੇ ਦਾ ਪਾਲਣ ਪੋਸ਼ਣ ਕਰਨਾ, ਠੀਕ। ਸੋ ਆਓ ਪੋਇਮ ਸ਼ੁਰੂ ਕਰਦੇ ਹਾਂ। ਵੀ ਹੂ ਲਵ ਬੁੱਕਸ, ਅਸੀਂ ਜੋ ਕਿਤਾਬਾਂ ਨੂੰ ਪਿਆਰ ਕਰਦੇ ਹਾਂ। ਦੇਖੋ ਸਟੂਡੈਂਟਸ, ਇਹ ਸਭ ਤੋਂ ਪਹਿਲੀ ਸਟੇਜ ਹੈ। ਕੋਈ ਵੀ ਚੀਜ਼ ਤੁਸੀਂ ਸਿੱਖਣਾ ਚਾਹੁੰਦੇ ਹੋ, ਸਭ ਤੋਂ ਪਹਿਲਾ ਕੰਮ ਇਹ ਕਰੋ ਕਿ ਉਸ ਚੀਜ਼ ਦੇ ਨਾਲ ਪਿਆਰ ਪਾ ਲਓ। ਕੋਈ ਸਾਜ਼ ਸਿੱਖਣਾ ਚਾਹੁੰਦੇ ਹੋ, ਉਸ ਸਾਜ਼ ਦੇ ਨਾਲ ਪਿਆਰ ਪਾ ਲਓ। ਸੋ ਕਿਤਾਬਾਂ ਨਾਲ ਪਿਆਰ ਕਿੱਦਾਂ ਪਾਵਾਂਗੇ? ਜਦੋਂ ਅਸੀਂ ਉਹਨਾਂ ਕਿਤਾਬਾਂ ਨੂੰ ਉਹ ਦਰਜਾ ਦੇਵਾਂਗੇ ਜਾਂ ਉਹਨਾਂ ਪਿਆਰ ਕਰਾਂਗੇ ਜਿੰਨਾ ਕਿ ਅਸੀਂ ਦੁਨੀਆ ਵਿੱਚ ਕਿਸੇ ਵਿਅਕਤੀ ਨੂੰ ਕਰਦੇ ਹਾਂ। ਜੇ ਤੁਸੀਂ ਸਭ ਤੋਂ ਜ਼ਿਆਦਾ ਪਿਆਰ ਆਪਣੀ ਮੰਮੀ ਨੂੰ ਕਰਦੇ ਹੋ ਤਾਂ ਸਮਝੋ ਇਹ ਕਿਤਾਬਾਂ ਵੀ ਤੁਹਾਡੇ ਮਾਤਾ ਜੀ ਹਨ, ਤੇ ਜੇ ਤੁਸੀਂ ਪਿਆਰ ਪਾਪਾ ਨੂੰ ਕਰਦੇ ਹੋ ਤਾਂ ਕਿਤਾਬਾਂ ਨੂੰ ਵੀ ਆਪਣੇ ਪਿਤਾ ਜੀ ਮੰਨੋ। ਓਕੇ, ਇਸੇ ਤਰ੍ਹਾਂ ਜੇ ਬ੍ਰਦਰ ਨੂੰ ਕਰਦੇ ਹੋ ਜਾਂ ਕਿਸੇ ਛੋਟੇ ਬੱਚੇ ਨੂੰ ਕਰਦੇ ਹੋ ਤਾਂ ਤੁਹਾਨੂੰ ਇਹਨਾਂ ਕਿਤਾਬਾਂ ਨੂੰ ਵੀ ਉਹ ਦਰਜਾ ਦੇਣਾ ਪਵੇਗਾ। ਜਿਸ ਤਰ੍ਹਾਂ ਤੁਸੀਂ ਕਿਸੇ ਨੂੰ ਇੰਨਾ ਪਿਆਰ ਕਰਦੇ ਹੋਵੋ ਤੇ ਉਹਨੂੰ ਤੁਸੀਂ ਇੱਕ ਦਿਨ ਨਾ ਬੁਲਾਓ ਕਿ ਮਨ ਕਿੰਨਾ ਕਾਲਾ ਪੈਣ ਲੱਗ ਜਾਂਦਾ, ਇਸੇ ਤਰ੍ਹਾਂ ਕਿਤਾਬਾਂ ਨਾਲ ਵੀ ਤੁਹਾਡਾ ਹੋਣਾ ਚਾਹੀਦਾ ਹੈ ਕਿ ਜਿਸ ਦਿਨ ਤੁਸੀਂ ਕਿਤਾਬਾਂ ਨੂੰ ਨਾ ਪੜ੍ਹੋ, ਜਿਸ ਦਿਨ ਕਿਤਾਬਾਂ ਦੇ ਦਰਸ਼ਨ ਨਾ ਕਰੋ, ਕਿ ਉਹਨਾਂ ਦੇ ਨਾਲ ਟਾਈਮ ਪਾਸ ਨਾ ਕਰੋ, ਤੁਹਾਡੇ ਅੰਦਰ ਕਾਲ ਮਚਣੀ ਚਾਹੀਦੀ ਹੈ ਕਿ ਅੱਜ ਦਾ ਦਿਨ ਮੇਰਾ ਬਿਲਕੁਲ ਵੀ ਚੰਗਾ ਨਹੀਂ ਗੁਜ਼ਰਿਆ। ਕਿਉਂਕਿ ਅੱਜ ਮੈਂ ਆਪਣੀ ਸਭ ਤੋਂ ਪਿਆਰੀਆਂ ਕਿਤਾਬਾਂ ਦੇ ਨਾਲ ਟਾਈਮ ਪਾਸ ਨਹੀਂ ਕਰ ਪਾਇਆ। ਸੋ ਇਹ ਹੈ ਪਹਿਲੀ ਸਟੇਜ ਕਿਸੇ ਵੀ ਚੀਜ਼ ਨੂੰ ਸਿੱਖਣ ਲਈ। ਸੋ ਜੇ ਤੁਸੀਂ ਸੋਚਦੇ ਹੋ ਕਿ ਮੈਂ ਵੀ 4 ਘੰਟੇ ਪੜ੍ਹਦੀ ਹਾਂ, ਉਹ ਵੀ 4 ਘੰਟੇ ਪੜ੍ਹਦੀ ਹੈ, ਉਹ ਫਸਟ ਆ ਜਾਂਦੀ ਹੈ ਤੇ ਮੈਂ ਸਿਰਫ ਪਾਸ ਹੀ ਹੁੰਦੀ ਹਾਂ, ਤੇ ਉਹਦੇ ਵਿੱਚ ਬੇਸਿਕ ਜਿਹੜੀ ਚੀਜ਼ ਦਾ ਫਰਕ ਹੈ ਉਹ ਹੈ ਪਿਆਰ। ਕਿ ਕੁਝ ਸਟੂਡੈਂਟਸ ਕਿਤਾਬਾਂ ਨੰਬਰਾਂ ਦੇ ਲਈ ਨਹੀਂ ਪੜ੍ਹਦੇ, ਉਹ ਉਹਨਾਂ ਦੇ ਨਾਲ ਪਿਆਰ ਪੈ ਜਾਂਦਾ ਹੈ, ਇਸ ਲਈ ਉਹ ਉਹਨਾਂ ਨੂੰ ਪੜ੍ਹਦੇ ਹਨ। ਤੇ ਜਿੱਦਾਂ ਤੁਸੀਂ ਵੀ ਇਹ ਪੋਇਮ ਦੀ ਐਕਸਪਲੇਨੇਸ਼ਨ ਇਸ ਵੀਡੀਓ ਵਿੱਚ ਸੁਣ ਰਹੇ ਹੋ, ਇਹਦਾ ਮਤਲਬ ਸਾਫ਼ ਹੈ ਕਿ ਤੁਹਾਨੂੰ ਵੀ ਕਿਤਾਬਾਂ ਦੇ ਨਾਲ ਪਿਆਰ ਹੈ। ਤੇ ਜੇ ਨਾ ਹੁੰਦਾ ਤਾਂ ਤੁਸੀਂ ਸਿਰਫ ਤੇ ਸਿਰਫ ਕੁਐਸਚਨ ਆਨਸਰ ਦੀ ਵੀਡੀਓ ਦੇਖਣੀ ਸੀ ਤੇ ਉਹਦੇ ਵਿੱਚੋਂ ਕੁਐਸਚਨ ਆਨਸਰ ਫਟਾਫਟ ਆਪਣੀ ਨੋਟਬੁੱਕ ਤੇ ਉਤਾਰ ਲੈਣੇ ਸੀ ਤੇ ਕੰਮ ਖਤਮ। ਸੋ ਜੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ, that means you are on a right way। ਐਸੇ ਤਰ੍ਹਾਂ 3 ਮਜ਼ਦੂਰ ਇੱਕ ਕੰਧ ਬਣਾ ਰਹੇ ਸੀ। ਪਹਿਲੇ ਮਜ਼ਦੂਰ ਕੋਲ ਪੁੱਛਿਆ, ਹਾਂ ਯਾਰ ਤੂੰ ਕੀ ਕਰ ਰਿਹਾ? ਕਹਿੰਦਾ, ਯਾਰ ਤੈਨੂੰ ਦਿਖਦਾ ਨਹੀਂ ਮੈਂ ਕੀ ਕਰ ਰਿਹਾ? ਮੈਂ ਕੰਧ ਬਣਾ ਰਿਹਾ। ਮਸਾਂ ਕੰਮ ਤੇ ਪਹੁੰਚੀਦਾ, ਐਡੀ ਗਰਮੀ ਵਿੱਚ, ਐਡੇ ਪਸੀਨੇ ਵਿੱਚ ਮੈਂ ਲੱਗਿਆ ਹੋਇਆ, ਉੱਤੋਂ ਤੂੰ ਆ ਕੇ ਮੇਰਾ ਦਿਮਾਗ ਖਾਈ ਜਾਂਦਾ ਹੈ। ਤੂੰ ਇੱਥੋਂ ਜਾ, ਮੈਨੂੰ ਕੰਮ ਕਰ ਲੈਂਦੇ। ਸੋ ਉਹ ਵਿਚਾਰਾ ਦੂਸਰੇ ਮਜ਼ਦੂਰ ਕੋਲ ਜਾਂਦਾ, ਕਹਿੰਦਾ, ਯਾਰ ਤੂੰ ਕੀ ਕਰ ਰਿਹਾ? ਉਹ ਕਹਿੰਦਾ, ਮੈਂ ਮਜ਼ਦੂਰੀ ਕਰ ਰਿਹਾ, ਕੰਧ ਬਣਾ ਰਿਹਾ, ਮੇਰੇ ਮਿਸਤਰੀ ਦਾ ਹੁਕਮ ਹੋਇਆ ਸੀ ਇਹ ਇੱਟਾਂ ਲਾਣੀਆਂ, ਮੈਂ ਲਾਈ ਜਾ ਰਿਹਾ ਤੇ ਸ਼ਾਮ ਨੂੰ ਮੈਨੂੰ ਇਹਦੇ ਪੈਸੇ ਮਿਲ ਜਾਣੇ। ਓਕੇ, ਤੀਸਰੇ ਮਜ਼ਦੂਰ ਕੋਲ ਜਾਂਦਾ, ਉਹਦੇ ਕੋਲ ਵੀ ਸੇਮ ਕੁਐਸਚਨ ਪੁੱਛਦਾ, ਯਾਰ ਤੂੰ ਕਰ ਕੀ ਰਿਹਾ? ਤੇ ਉਹ ਤੀਸਰਾ ਮਜ਼ਦੂਰ ਕਹਿੰਦਾ, ਮੈਂ ਦੁਨੀਆ ਦੀ ਸਭ ਤੋਂ ਵਧੀਆ ਇਮਾਰਤ ਖੜੀ ਕਰਨ ਦੀ ਕੋਸ਼ਿਸ਼ ਕਰ ਰਿਹਾ। ਹੁਣ ਦੇਖੋ, ਤਿੰਨੋਂ ਕੰਮ ਕਰ ਰਹੇ ਪਰ ਤਿੰਨਾਂ ਦੀ ਅਪਰੋਚ ਡਿਫਰੈਂਟ ਹੈ। ਇੱਕ ਜਿਹਦਾ ਕੰਮ ਵਿੱਚ ਕੋਈ ਮੂਡ ਨਹੀਂ ਤੇ ਜਿਹਨੂੰ ਕਹਿੰਦੇ ਉਹ ਧੱਕੇ ਨਾਲ ਕੰਮ ਤੇ ਆਇਆ ਹੋਇਆ। ਦੂਸਰਾ ਸਿਰਫ ਤੇ ਸਿਰਫ ਪੈਸੇ ਕਮਾਉਣ ਲਈ ਕੰਮ ਕਰ ਰਿਹਾ, ਉਹਦਾ ਕੰਮ ਨਾਲ ਪਿਆਰ ਨਹੀਂ। ਤੀਸਰਾ ਜਿਹਦਾ ਕੰਮ ਨਾਲ ਪਿਆਰ ਹੈ ਤੇ ਉਹ ਚਾਹੁੰਦਾ ਹੈ ਕਿ ਮੇਰਾ ਕੰਮ ਦੁਨੀਆ 'ਚ ਸਭ ਤੋਂ ਵਧੀਆ ਹੋਵੇ। ਸੋ ਤੁਸੀਂ ਆਪ ਹੀ ਸੋਚ ਸਕਦੇ ਹੋ ਕਿ ਤਿੰਨਾਂ ਦੇ ਵਿੱਚੋਂ ਦੀਵਾਰ ਸਭ ਤੋਂ ਵਧੀਆ
ਕਿਹਦੀ ਹੋਏਗੀ। ਸੋ ਆਪਾਂ ਵੀ ਸਾਰਿਆਂ ਨੇ ਇਸ ਪਹਿਲੀ ਸਟੇਜ ਤੇ ਹੀ ਬੁੱਕਸ ਦੇ ਨਾਲ ਪਿਆਰ ਪਾਣਾ ਹੈ। ਸੋ ਬੁੱਕਸ ਦੇ ਨਾਲ ਪਿਆਰ ਪਾਉਂਦੇ ਹੋਏ ਆਓ ਇਸ ਪੋਇਮ ਦਾ ਆਨੰਦ ਮਾਣੀਏ। ਲੈਟਸ ਸਟਾਰਟ। Some books I'll never give away, ਕਿ ਕੁਝ ਕਿਤਾਬਾਂ ਹਨ ਜਿਹੜੀਆਂ ਮੈਂ ਬਿਲਕੁਲ ਛੱਡਦਾ ਹੀ ਨਹੀਂ। give away ਹੁੰਦਾ ਛੱਡ ਜਾਣਾ। ਸੋ ਪਹਿਲੀ ਲਾਈਨ 'ਚ ਕੀ ਲਿਖਿਆ? ਸਾਰੀਆਂ ਕਿਤਾਬਾਂ ਨਹੀਂ, some books, ਕੁਝ ਕਿਤਾਬਾਂ। ਸੋ ਸਾਨੂੰ ਕਿਤਾਬਾਂ ਦੀ ਸਿਲੈਕਸ਼ਨ ਦੇ ਵਿੱਚ ਚੂਜ਼ੀ ਹੋਣਾ ਪਵੇਗਾ। ਸਾਨੂੰ ਕਿਤਾਬਾਂ ਦੀ ਸਿਲੈਕਸ਼ਨ, ਚੋਣ ਬਹੁਤ ਧਿਆਨ ਨਾਲ ਕਰਨੀ ਚਾਹੀਦੀ ਹੈ। ਸਾਰੀਆਂ ਕਿਤਾਬਾਂ ਚੰਗੀਆਂ ਨਹੀਂ ਹੁੰਦੀਆਂ। ਕੁਝ ਕਿਤਾਬਾਂ ਤੁਹਾਨੂੰ ਤੁਹਾਡੇ ਰਾਹ ਤੋਂ ਭਟਕਾਉਂਦੀਆਂ ਹਨ, ਤੁਹਾਡੀ ਮੰਜ਼ਿਲ ਤੋਂ ਤੁਹਾਨੂੰ ਦੂਰ ਲੈ ਜਾਂਦੀਆਂ ਹਨ। ਸੋ ਸਾਨੂੰ ਕਿਤਾਬਾਂ ਦੀ ਚੋਣ ਅੱਛੀ ਤਰ੍ਹਾਂ ਕਰਨੀ ਚਾਹੀਦੀ ਹੈ। ਸੋ ਇੱਥੇ ਵੀ ਰਸਕਿਨ ਬੌਂਡ ਕਹਿੰਦੇ ਹਨ ਕਿ some books I'll never give away, ਕਿ ਕੁਝ ਇਹੋ ਜਿਹੀਆਂ ਕਿਤਾਬਾਂ ਹਨ ਜਿਹੜੀਆਂ ਮੈਂ ਕਦੀ ਵੀ ਨਹੀਂ ਛੱਡਦਾ, ਜਿਹੜੀਆਂ ਮੇਰੇ ਸਦਾ ਦਿਲ ਦੇ ਕਰੀਬ ਰਹਿੰਦੀਆਂ ਹਨ। though old and worn, though ਹੁੰਦਾ ਭਾਵੇਂ, ਚਾਹੇ, ਠੀਕ ਹੈ, ਭਾਵੇਂ ਉਹ ਕਿਤਾਬਾਂ ਕਿੰਨੀਆਂ ਹੀ ਪੁਰਾਣੀਆਂ, ਕਿੰਨੀਆਂ ਹੀ ਖਸਤਾ ਹਾਲਤ ਵਿੱਚ ਹੋ ਜਾਣ, ਤਾਂ ਵੀ ਉਹ ਮੇਰੇ ਦਿਲ ਦੇ ਕਰੀਬ ਰਹਿੰਦੀਆਂ ਹਨ। ਮੈਂ ਉਹਨਾਂ ਨੂੰ ਕਦੀ ਛੱਡਦਾ ਨਹੀਂ, ਕਦੀ ਉਹਨਾਂ ਨੂੰ ਮੈਂ ਰੱਦੀ ਦੇ ਵਿੱਚ ਨਹੀਂ ਵੇਚਦਾ। ਦੇ ਆਰ ਬਾਈਂਡਿੰਗ ਟੋਨ, ਤੇ ਭਾਵੇਂ ਉਹਨਾਂ ਦੀਆਂ ਜਲਦਾਂ ਫਟ ਜਾਣ ਤਾਂ ਵੀ ਅਪੋਨ ਮਾਈ ਸ਼ੈਲਵਸ ਦੇ ਆਲਵੇਜ਼ ਸਟੇ, ਉਹ ਮੇਰੀਆਂ ਕਿਤਾਬਾਂ ਰੱਖਣ ਵਾਲੀਆਂ ਸ਼ੈਲਫਾਂ ਤੇ ਸਦਾ ਸੁਸੱਜਿਤ ਰਹਿੰਦੀਆਂ ਹਨ, ਹਮੇਸ਼ਾ ਉੱਥੇ ਸਟੇ ਰਹਿੰਦੀਆਂ ਹਨ, ਠਹਿਰੀਆਂ ਰਹਿੰਦੀਆਂ ਹਨ। ਭਾਵ ਮੈਂ ਉਹਨਾਂ ਨੂੰ ਕਦੀ ਵੀ ਉਸ ਜਗ੍ਹਾ ਤੋਂ ਹਟਾਉਂਦਾ ਨਹੀਂ। ਅਲਾਈਵ, ਜਿਉਂਦੀਆਂ ਜਾਗਦੀਆਂ। ਜਿਸ ਤਰ੍ਹਾਂ ਅਸੀਂ ਦੁਨੀਆ ਵਿੱਚ ਕਿਸੇ ਵਿਅਕਤੀ ਨਾਲ ਬਹੁਤ ਜ਼ਿਆਦਾ ਲੜ ਪਈਏ ਤੇ ਅਖੀਰ ਤੇ ਇੱਥੋਂ ਤੱਕ ਵੀ ਕਹਿ ਦਿੰਦੇ ਹਾਂ ਕਿ ਜਾ ਅੱਜ ਤੋਂ ਬਾਅਦ ਤੂੰ ਮੇਰੇ ਲਈ ਮਰ ਗਿਆ। ਸੋ ਮਰ ਗਿਆ ਤੋਂ ਭਾਵ ਹੁੰਦਾ ਕਿ ਮੈਂ ਤੈਨੂੰ ਅੱਜ ਤੋਂ ਬਾਅਦ ਨਹੀਂ ਮਿਲਾਂਗਾ। ਸੋ ਇੱਥੇ ਵੀ ਕਿਤਾਬਾਂ ਲਈ ਉਸੇ ਤਰ੍ਹਾਂ ਦਾ ਹੀ ਜ਼ਿਕਰ ਕੀਤਾ ਗਿਆ ਹੈ ਕਿ ਉਹ ਅਲਾਈਵ ਰਹਿੰਦੀਆਂ ਹਨ। ਭਾਵ ਕਦੀ ਵੀ ਇਹੋ ਜਿਹਾ ਦਿਨ ਨਹੀਂ ਆਉਂਦਾ ਕਿ ਜਦੋਂ ਮੈਂ ਉਹਨਾਂ ਨੂੰ ਨਾ ਮਿਲਾਂ। ਦੂਸਰਾ, ਇਸ ਵਰਡ ਦਾ ਮਤਲਬ ਹੁੰਦਾ ਹੈ ਕਿ ਉਹ ਸਦਾ ਜੋਸ਼ ਵਿੱਚ ਰਹਿੰਦੀਆਂ ਹਨ। ਭਾਵ ਜਦੋਂ ਵੀ ਮੈਂ ਉਹਨਾਂ ਨੂੰ ਪੜ੍ਹਦਾ ਹਾਂ ਉਹ ਕੁਝ ਨਾ ਕੁਝ ਮੈਨੂੰ ਜ਼ਰੂਰ ਨਵਾਂ ਸਿਖਾ ਦਿੰਦੀਆਂ ਹਨ। ਸਟਿਲ ਰੈਡ, ਅਜੇ ਤੱਕ ਵੀ ਉਹ ਪੜ੍ਹੀਆਂ ਜਾਂਦੀਆਂ ਹਨ। ਸਟਿਲ ਫਰੈਸ਼, ਸੋ ਫਰੈਸ਼ ਦਾ ਵੀ ਸੇਮ ਮੀਨਿੰਗ ਹੈ, ਤਰੋ ਤਾਜ਼ਾ। ਭਾਵ ਬੁੱਕ ਸਾਨੂੰ ਤਰੋ ਤਾਜ਼ਾ ਕਰ ਦਿੰਦੀਆਂ ਹਨ। ਭਾਵ ਸਾਨੂੰ ਕਦੀ ਇਦਾਂ ਨਹੀਂ ਲੱਗਦਾ ਕਿ ਅਸੀਂ ਇਹਨਾਂ ਨੂੰ ਬਾਰ-ਬਾਰ ਪੜ੍ਹ ਚੁੱਕੇ ਹਾਂ। ਹਰ ਵਾਰ ਜਦੋਂ ਅਸੀਂ ਇਹਨਾਂ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਬੜੀ ਫਰੈਸ਼ ਜੀ ਫੀਲਿੰਗ ਆਉਂਦੀ ਹੈ। ਸਾਨੂੰ ਇਦਾਂ ਲੱਗਦਾ ਕਿ ਅੱਜ ਅਸੀਂ ਇਹਨਾਂ ਕੋਲੋਂ ਹੋਰ ਬਹੁਤ ਕੁਝ ਨਵਾਂ ਸਿੱਖਿਆ। ਈਚ ਡਾਊਨ, ਹਰ ਸਵੇਰ ਨੂੰ, ਹਰ ਸਵੇਰ ਜਦੋਂ ਮੈਂ ਕਿਤਾਬਾਂ ਪੜ੍ਹਦਾ ਹਾਂ ਤਾਂ ਮੈਨੂੰ ਕੁਝ ਇਹੋ ਜਿਹੀਆਂ ਫੀਲਿੰਗਸ ਆਉਂਦੀਆਂ ਹਨ ਕਿ ਉਹ ਅਲਾਈਵ ਹਨ। ਮੈਂ ਉਹਨਾਂ ਨੂੰ ਰੋਜ਼ ਪੜ੍ਹਦਾ ਹਾਂ ਤੇ ਉਹ ਸਟਿਲ ਫਰੈਸ਼ ਹਨ। ਦੇਅਰ ਮੈਜਿਕ ਮੋਮੈਂਟਸ ਨੈਵਰ ਗੋਨ, ਉਹਨਾਂ ਦੇ ਜਾਦੂਈ ਅਹਿਸਾਸ, ਉਹਨਾਂ ਦੇ ਵਿੱਚ ਮੌਜੂਦ ਜਾਦੂਈ ਪਲ ਉਹ ਕਦੀ ਵੀ ਨਹੀਂ ਜਾਂਦੇ। ਹਮੇਸ਼ਾ ਕੁਝ ਨਾ ਕੁਝ ਇਹੋ ਜਿਹਾ ਉਹਦੇ 'ਚ ਮੈਨੂੰ ਪੜ੍ਹਨ ਨੂੰ ਮਿਲ ਜਾਂਦਾ ਹੈ ਜੋ ਮੇਰੇ ਤੇ ਜਾਦੂ ਕਰ ਦਿੰਦਾ ਹੈ। ਫੈਮਿਲੀਅਰ ਫਰੈਂਡਸ, ਉਹ ਮੇਰੀਆਂ ਜਾਣ ਪਹਿਚਾਣ ਵਾਲੀਆਂ ਫਰੈਂਡਸ ਹਨ। ਠੀਕ ਹੈ, ਸੋ ਕੌਣ ਹਨ? ਕਿਤਾਬਾਂ। ਥੀਸ ਟਾਈਮਲੈਸ ਟੇਲਸ, ਟਾਈਮਲੈਸ ਹੁੰਦਾ ਸਮੇਂ ਦੇ ਪ੍ਰਭਾਵ ਤੋਂ ਰਹਿਤ, ਟੇਲਸ ਯਾਨੀ ਕਹਾਣੀਆਂ, ਕਿ ਉਹਨਾਂ ਦੇ ਵਿੱਚ ਮੌਜੂਦ ਇਹ ਸਮੇਂ ਦੇ ਪ੍ਰਭਾਵ ਤੋਂ ਰਹਿਤ ਕਹਾਣੀਆਂ have been with me since I was 10, ਉਹ ਤਾਂ ਜਦੋਂ ਮੈਂ 10 ਸਾਲਾਂ ਦਾ ਸੀ ਉਸ ਸਮੇਂ ਤੋਂ ਹੀ ਟਾਈਮਲੈਸਲੀ ਮੇਰੇ ਨਾਲ ਚਲਦੀਆਂ ਆ ਰਹੀਆਂ ਹਨ। ਭਾਵ ਉਹਨਾਂ ਸਟੋਰੀਜ਼ ਉੱਤੇ ਟਾਈਮ ਦਾ ਪ੍ਰਭਾਵ ਨਹੀਂ ਪਿਆ। ਮੈਨੂੰ ਕਦੀ ਨਹੀਂ ਲੱਗਿਆ ਕਿ ਉਹ ਸਟੋਰੀਜ਼ ਪੁਰਾਣੀਆਂ ਹੋ ਗਈਆਂ ਹਨ। ਅੱਜ ਵੀ ਉਹਨਾਂ ਦੀ ਜਦੋਂ ਮੈਂ ਇੰਟਰਪ੍ਰੀਟੇਸ਼ਨ ਕਰਦਾ, ਟ੍ਰਾਂਸਲੇਸ਼ਨ ਕਰਦਾ, ਉਹਨਾਂ ਕਹਾਣੀਆਂ ਨੂੰ ਆਪਣੀ ਲਾਈਫ ਦੇ ਨਾਲ ਜੋੜਦਾ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਅੱਜ ਵੀ ਮੈਂ ਕੁਝ ਉਹਨਾਂ ਕਹਾਣੀਆਂ ਤੋਂ ਨਵਾਂ ਸਿੱਖਦਾ ਹਾਂ। ਇਹ ਟਾਈਮਲੈਸ ਹੈ, ਇਹ ਕਦੀ ਪੁਰਾਣੀਆਂ ਨਹੀਂ ਹੁੰਦੀਆਂ। ਐਂਡ ਐਜ਼ ਆਈ ਟਰਨ देयर ਪੇजेस ਵਾਂਸ ਅਗੇਨ, ਅਤੇ ਜਿੱਦਾਂ ਹੀ ਇੱਕ ਵਾਰ ਫਿਰ ਤੋਂ ਮੈਂ ਉਹਨਾਂ ਪੁਰਾਣੀਆਂ ਕਿਤਾਬਾਂ ਦੇ ਪੰਨਿਆਂ ਨੂੰ, ਪੇजेस ਨੂੰ ਪਰਤਾਂਦਾ ਹਾਂ, ਆਈ ਫੀਲ ਐਂਡ ਲਵ देयर 올ਡ ਰੈਫਰੇਨ, ਤਾਂ ਮੈਂ ਉਹਨਾਂ ਕਿਤਾਬਾਂ ਦੇ ਵਿੱਚ ਜੋ ਗੱਲਾਂ ਬਾਰ-ਬਾਰ ਦੁਹਰਾਈਆਂ ਜਾਂਦੀਆਂ ਹਨ ਉਹਨਾਂ ਪ੍ਰਤੀ ਮੇਰੇ ਪਿਆਰ ਵਾਲੇ ਅਹਿਸਾਸ ਸਦਾ ਜੁੜੇ ਰਹਿੰਦੇ ਹਨ। ਗ੍ਰੇਟ ਵਰਸ, ਮਹਾਨ ਕਵਿਤਾਵਾਂ, ਮਹਾਨ ਤੁਕਾਂ, ਗ੍ਰੇਟ ਥੋਟਸ, ਅਤੇ ਉਹਨਾਂ ਵਿੱਚ ਮੌਜੂਦ ਮਹਾਨ ਵਿਚਾਰ, ਸਟਿਲ ਸਟੈਂਡ ਦ ਟੈਸਟ ਆਫ ਟਾਈਮ ਦੈਟਸ ਪਾਸਿੰਗ ਬਾਈ ਸੋ ਫਾਸਟ, ਉਹ ਸਭ ਕੁਝ ਸਮੇਂ ਦੇ ਇੰਨੀ ਤੇਜ਼ੀ ਦੇ ਨਾਲ ਬੀਤਣ ਦੇ ਬਾਵਜੂਦ ਵੀ ਜਿਉਂ ਦੇ ਤਿਉਂ ਰਿਫਰੈਸ਼ਿੰਗ ਹਨ। ਭਾਵ ਉਹਨਾਂ ਲਾਈਨਾਂ ਦੀ, ਉਹਨਾਂ ਵਿਚਾਰਾਂ ਦੀ ਸਾਰਥਕਤਾ ਅਜੇ ਵੀ ਓਨੀ ਹੈ ਜਿੰਨੀ ਉਦੋਂ ਸੀ ਜਦੋਂ ਮੈਂ 10 ਸਾਲ ਦਾ ਸੀ। ਭਾਵ
ਉਹ ਕਿਤਾਬਾਂ ਦੀਆਂ ਤੁਕਾਂ ਅਤੇ ਉਹਨਾਂ ਵਿੱਚ ਮੌਜੂਦ ਵਿਚਾਰ ਅੱਜ ਵੀ ਸੱਚ ਬੋਲਦੇ ਹਨ। ਸਮੇਂ ਦੇ ਬੀਤਣ ਦੇ ਨਾਲ ਉਹਨਾਂ ਦੇ ਵਿੱਚ ਧੁੰਦਲਾਪਨ ਨਹੀਂ ਆਇਆ, ਭਾਵ ਉਹਨਾਂ ਵਿੱਚ ਮੌਜੂਦ ਸੱਚਾਈ ਜਿਉਂ ਦੀ ਤਿਉਂ ਬਣੀ ਹੋਈ ਹੈ। These good companions never fail। ਇਹ ਮੇਰੇ ਸੱਚੇ ਸਾਥੀ ਕਿਤਾਬਾਂ ਕਦੀ ਵੀ ਫੇਲ ਨਹੀਂ ਹੁੰਦੀਆਂ। ਕਿਸ ਗੱਲ 'ਚ ਫੇਲ ਨਹੀਂ ਹੁੰਦੀਆਂ? ਟੂ ਗਿਵ ਮੀ ਜੋਏ, ਟੂ ਨਰਿਸ਼ ਮੀ, ਮੈਨੂੰ ਖੁਸ਼ੀ ਦੇਣ ਵਿੱਚ ਅਤੇ ਮੇਰੀ ਪਰਸਨੈਲਿਟੀ ਨੂੰ ਵਿਕਸਿਤ ਕਰਨ ਵਿੱਚ ਇਹ ਕਿਤਾਬਾਂ ਕਦੀ ਵੀ ਫੇਲ ਨਹੀਂ ਹੁੰਦੀਆਂ। We who love books, we always be the lucky ones, our minds set free। ਅਸੀਂ ਜੋ ਕਿ ਕਿਤਾਬਾਂ ਨੂੰ ਪਿਆਰ ਕਰਦੇ ਹਾਂ, ਹਮੇਸ਼ਾ ਉਹ ਭਾਗਵਾਨ ਹੋਵਾਂਗੇ, ਹਮੇਸ਼ਾ ਉਹ ਕਿਸਮਤ ਵਾਲੇ ਹੋਵਾਂਗੇ ਜਿਨ੍ਹਾਂ ਦੇ ਦਿਮਾਗਾਂ ਨੂੰ ਇਹਨਾਂ ਕਿਤਾਬਾਂ ਅੰਦਰ ਮੌਜੂਦ ਵਿਚਾਰਾਂ ਨੇ ਫ੍ਰੀ ਕਰ ਦਿੱਤਾ ਹੈ, ਆਜ਼ਾਦ ਕਰ ਦਿੱਤਾ ਹੈ, ਤਾਂ ਕਿ ਉਹ ਬਿਨਾਂ ਕਿਸੇ ਡਰ ਦੇ ਪਾਰਦਰਸ਼ਤਾ ਨਾਲ ਸੋਚ ਸਕਣ, ਤਾਂ ਕਿ ਉਹਨਾਂ ਅੰਦਰ ਰੈਸ਼ਨਲ ਥਿੰਕਿੰਗ ਆ ਸਕੇ, ਉਹਨਾਂ ਅੰਦਰ ਤਾਰਕਿਕ ਸੋਚ ਦਾ ਵਾਧਾ ਹੋ ਸਕੇ, ਉਹ ਹਰ ਇੱਕ ਵਿਚਾਰ ਤੇ ਤਰਕ ਕਰ ਸਕਣ, ਤਾਂ ਕਿ ਉਹ ਆਪਣੇ ਵਿਚਾਰਾਂ ਵਿੱਚ ਵੀ ਅਗਾਂਹ ਵਧੂ ਸੋਚ ਦੇ ਮਾਲਿਕ ਬਣ ਸਕਣ। ਪਿਕ ਅਪ ਦ ਰਾਈਮਿੰਗ ਵਰਡਸ ਫਰੋਮ ਦ ਪੋਇਮ ਐਂਡ ਮੇਕ ਅ ਲਿਸਟ। ਹੁਣ ਜਿਹੜੀ ਪੋਇਮ ਅਸੀਂ ਪਿੱਛੇ ਪੜ੍ਹ ਕੇ ਆਏ ਹਾਂ ਉਹਦੇ ਅਸੀਂ ਰਾਈਮਿੰਗ ਵਰਡਸ ਇੱਥੇ ਲਿਖਾਂਗੇ, ਜਿਸ ਤਰ੍ਹਾਂ ਅਵੇ, ਸਟੇ, ਡੌਨ, ਡੌਨ, ਗੋਨ, ਆ ਤਿੰਨ ਇਕੱਠੇ ਲਿਖਣੇ ਨੇ। ਅਗੇਨ, ਰਿਫਰੇਨ, ਟੈਸਟ, ਫਾਸਟ, ਤੇ ਲਾਸਟ ਹੈ ਮੀ, ਬੀ, ਫ੍ਰੀ। ਨੈਕਸਟ ਐਕਟੀਵਿਟੀ 3rd, ਮੈਚ ਦ ਵਰਡਸ ਵਿਦ देयर ਕਰੈਕਟ ਸਿਨੋਨਿਮਸ। ਹੁਣ ਲੈਫਟ ਸਾਈਡ ਵਰਡਸ ਲਿਖੇ ਹਨ ਤੇ ਰਾਈਟ ਸਾਈਡ ਉਹਨਾਂ ਦੇ ਸਿਨੋਨਿਮ। ਸਿਨੋਨਿਮ ਹੁੰਦੇ ਨੇ ਸਮਾਨਾਰਥਕ ਸ਼ਬਦ, ਭਾਵ ਸੇਮ ਮੀਨਿੰਗ ਵਾਲੇ। ਠੀਕ, ਸੋ ਸਭ ਤੋਂ ਪਹਿਲਾਂ ਕੀ ਹੈ? ਮੋਮੈਂਟ। ਮੋਮੈਂਟ ਹੁੰਦਾ ਪਲ, ਸੋ ਇਹ ਕਿਹਦੇ ਨਾਲ ਰਿਲੇਟਡ ਹੈ? ਟਾਈਮ ਦੇ ਨਾਲ। ਮਾਡਰਨ, ਸੋ ਮਾਡਰਨ ਕੀ ਹੋਏਗਾ? ਨਿਊ। ਕਲੈਵਰ, ਇੰਟੈਲੀਜੈਂਟ। ਅਪਸੈਟ, ਅਨਹੈਪੀ। ਨਰਿਸ਼ਮੈਂਟ, ਨਿਊਟ੍ਰੀਸ਼ਨ, ਵੈਲਦੀ। ਰਿਚ, ਗਾਰਬੇਜ। ਗਾਰਬੇਜ ਹੁੰਦਾ ਕੂੜਾ। ਟ੍ਰੈਸ਼, ਇਨਫੈਂਟ। ਇਨਫੈਂਟ ਹੁੰਦਾ ਛੋਟਾ ਬੱਚਾ। ਬੇਬੀ, ਟਾਲ, ਲੰਬਾ। ਹਾਈ, ਲਾਰਜ, ਵਿਸ਼ਾਲ। ਬਿਗ, ਕੰਪੈਨੀਅਨ, ਸਾਥੀ। ਫਰੈਂਡ, ਸਿਕਿਉਰ, ਸੇਫ। ਥੀਫ, ਚੋਰ। ਬਰਗਲਰ, ਬਰਗਲਰ ਹੁੰਦੇ ਨੇ ਜਿਹੜੇ ਸੰਨ ਲਾ ਕੇ ਚੋਰੀ ਕਰਦੇ ਨੇ। ਡਿਸ਼, ਡਿਸ਼ ਹੁੰਦਾ ਕੋਈ ਬਰਤਨ। ਬਾਉਲ। ਐਂਸ਼ੀਐਂਟ, ਪੁਰਾਣਾ। ਓਲਡ, ਟਾਈਮਲੈਸ, ਸਮੇਂ ਦੇ ਪ੍ਰਭਾਵ ਤੋਂ ਰਹਿਤ। ਪਰਮਾਨੈਂਟ, ਠੀਕ। ਫੈਮਿਲੀਅਰ, ਕਿਸੇ ਚੀਜ਼ ਤੋਂ ਜਾਣੂ ਹੋਣਾ। ਨੋਨ। ਰੇਜ਼, ਲਿਫਟ। ਟੇਲ, ਸਟੋਰੀ। ਜੋਏ, ਹੈਪੀਨੈਸ। ਨੈਕਸਟ ਐਕਟੀਵਿਟੀ 4, ਰੀਡ ਦ ਫੋਲੋਇੰਗ ਸਟੈਂਜ਼ਾਸ ਐਂਡ ਆਨਸਰ ਦ ਕੁਐਸਚਨਸ। ਹੁਣ ਅੱਗੇ ਆਪਾਂ ਨੂੰ ਕੁਝ ਸਟੈਂਜ਼ਾਸ ਦਿੱਤੇ ਹੋਏ ਹਨ। ਸਟੈਂਜ਼ਾਸ ਹੁੰਦੇ ਨੇ ਪੋਇਮ ਦੇ ਪੈਰੇ। ਠੀਕ, ਸੋ ਪਹਿਲਾਂ ਆਪਾਂ ਦੇਖਦੇ ਹਾਂ। ਸਮ ਬੁੱਕਸ ਆਈ'll never give away। ਕੁਝ ਕਿਤਾਬਾਂ ਹਨ ਜਿਨ੍ਹਾਂ ਨੂੰ ਮੈਂ ਕਦੀ ਵੀ ਤਿਆਗਦਾ ਨਹੀਂ। though old and worn, ਚਾਹੇ ਉਹ ਕਿੰਨੀਆਂ ਵੀ ਪੁਰਾਣੀਆਂ ਹੋ ਜਾਣ, ਖਸਤਾ ਹਾਲਤ ਵਿੱਚ ਹੋ ਜਾਣ। their binding torn, ਤੇ ਉਹਨਾਂ ਦੀਆਂ ਜਿਲਦਾਂ ਚਾਹੇ ਫਟ ਜਾਣ। upon my shelves they'll always stay, ਮੇਰੀਆਂ ਕਿਤਾਬਾਂ ਵਾਲੀਆਂ ਸ਼ੈਲਫਾਂ ਦੇ ਉੱਤੇ ਉਹ ਹਮੇਸ਼ਾ ਰਹਿੰਦੀਆਂ ਹੀ ਰਹਿੰਦੀਆਂ ਹਨ। alive, still red, still fresh, each dawn, ਕਿ ਸਦਾ ਜਿਉਂਦੀਆਂ ਜਾਗਦੀਆਂ, ਮੈਨੂੰ ਕੁਝ ਨਵਾਂ ਸਿਖਾਉਣ ਲਈ ਤਤਪਰ ਰਹਿਣ ਵਾਲੀਆਂ, ਤੇ ਸਦਾ ਹੀ ਪੜ੍ਹੀਆਂ ਜਾਣ ਵਾਲੀਆਂ, ਤੇ ਸਦਾ ਹੀ ਫਰੈਸ਼, ਭਾਵ ਕਦੀ ਵੀ ਮੈਨੂੰ ਉਹ ਪੁਰਾਣੀਆਂ ਨਹੀਂ ਲੱਗਦੀਆਂ। ਹਰ ਵਾਰ ਮੈਨੂੰ ਕੁਝ ਨਾ ਕੁਝ ਨਵਾਂ ਉਹਨਾਂ ਵਿੱਚੋਂ ਮਿਲ ਹੀ ਜਾਂਦਾ ਹੈ। each dawn, dawn ਦਾ ਮਤਲਬ ਹੁੰਦਾ ਹਰ ਸਵੇਰ। their magic moments never gone, ਉਹਨਾਂ ਦੇ ਅੰਦਰ ਮੌਜੂਦ ਜਾਦੂਈ ਪਲ, ਭਾਵ ਮੈਨੂੰ ਕੁਝ ਨਾ ਕੁਝ ਇਹੋ ਜਿਹੀਆਂ ਗੱਲਾਂ ਉਹਦੇ ਅੰਦਰ ਮਿਲ ਜਾਂਦੀਆਂ ਹਨ ਜਿਨ੍ਹਾਂ ਦਾ ਜਾਦੂ ਮੇਰੇ ਸਿਰ ਚੜ ਬੋਲਦਾ ਹੈ, ਤੇ ਮੈਂ ਫਿਰ ਉਹਨਾਂ ਤੋਂ ਪ੍ਰਭਾਵਿਤ ਹੋ ਕੇ, ਉਹਨਾਂ ਤੋਂ ਮੋਹਿਤ ਹੋ ਕੇ ਆਪਣੇ ਆਪ ਨੂੰ ਤਰੋ-ਤਾਜ਼ਾ ਫੀਲ ਕਰਦਾ ਹਾਂ। ਸੋ ਉਹਦੇ ਨਾਲ ਰਿਲੇਟਡ ਕੁਐਸਚਨਸ ਕਰਦੇ ਹਾਂ। ਫਸਟ ਹੈ ਨੇਮ ਦਾ ਪੋਇਮ ਐਂਡ ਦਾ ਪੋਇਟ। ਸੋ ਆਨਸਰ ਕੀ ਹੋਏਗਾ? ਨੇਮ ਆਫ ਦਾ ਪੋਇਮ, ਵੀ ਹੂ ਲਵ ਬੁੱਕਸ। ਨੇਮ ਆਫ ਦਾ ਪੋਇਟ, ਰਸਕਿਨ ਬੌਂਡ। Second, the poet doesn't want to part with some books. Where does he keep them? Part ਹੁੰਦਾ ਅਲੱਗ ਕਰਨਾ, ਕਿ poet ਕੁਝ ਕਿਤਾਬਾਂ ਨੂੰ ਆਪਣੇ ਤੋਂ ਅਲੱਗ ਨਹੀਂ ਕਰਨਾ ਚਾਹੁੰਦਾ। ਉਹ ਉਹਨਾਂ ਨੂੰ ਕਿੱਥੇ ਰੱਖਦਾ ਹੈ? ਸੋ ਦਾ ਜਵਾਬ ਹੋਏਗਾ the poet wants to keep them on his book shelves. C, what is the condition of the books? ਕਿਤਾਬਾਂ ਦੀ ਹਾਲਤ ਕਿਹੋ ਜਿਹੀ ਹੈ? Answer, the books are old and worn and their binding is torn. B, familiar friends,
These timeless tales have been with me since I was 10. ਕਿ ਕਿਤਾਬਾਂ ਮੈਨੂੰ ਬਹੁਤ ਦੇਰ ਤੋਂ ਜਾਣਦੀਆਂ ਹਨ, ਮੇਰੀਆਂ ਫੈਮਿਲੀਅਰ ਫਰੈਂਡਸ ਹਨ। ਫੈਮਿਲੀਅਰ ਫਰੈਂਡਸ ਹੁੰਦੇ ਹਨ ਉਹ ਫਰੈਂਡਸ ਜੋ ਤੁਹਾਨੂੰ ਕਾਫੀ ਲੰਬੇ ਸਮੇਂ ਤੋਂ ਜਾਣਦੇ ਹਨ। ਕਿਤਾਬਾਂ ਵੀ ਇਸ ਤਰ੍ਹਾਂ ਦੀਆਂ ਹਨ। These timeless tales, ਇਹਨਾਂ ਵਿੱਚ ਮੌਜੂਦ ਜੋ ਸਟੋਰੀਜ਼ ਹਨ ਉਹ ਟਾਈਮਲੈਸ ਹਨ, ਭਾਵ ਸਮੇਂ ਦੇ ਪ੍ਰਭਾਵ ਤੋਂ ਰਹਿਤ ਹਨ, ਪਰਮਾਨੈਂਟ ਹਨ। ਉਹਨਾਂ ਦਾ ਜੋ ਆਨੰਦ ਆਉਂਦਾ ਪੜ੍ਹਨ ਤੋਂ, ਉਹਨਾਂ ਤੋਂ ਜੋ ਸਿੱਖਣ ਨੂੰ ਮਿਲਦਾ ਉਹ ਪਰਮਾਨੈਂਟ ਹੈ, ਟਾਈਮ ਦੇ ਪ੍ਰਭਾਵ ਤੋਂ ਰਹਿਤ ਹੈ। ਭਾਵ ਜਿਸ ਤਰ੍ਹਾਂ ਮੈਨੂੰ ਛੋਟੇ ਹੁੰਦਿਆਂ ਇਹਨਾਂ ਤੋਂ ਸਿੱਖਣ ਨੂੰ ਮਿਲਦਾ ਸੀ ਤੇ ਜਿਸ ਤਰ੍ਹਾਂ ਛੋਟੇ ਹੁੰਦਿਆਂ ਜੋ ਇਹਨਾਂ ਨੂੰ ਪੜ੍ਹ ਕੇ ਮਜ਼ਾ ਆਉਂਦਾ ਸੀ ਉਹੀ ਮਜ਼ਾ ਮੈਨੂੰ ਹੁਣ ਵੀ ਆਉਂਦਾ ਹੈ। ਇਹ ਟਾਈਮਲੈਸ ਸਟੋਰੀਜ਼ ਇਹਨਾਂ ਦੇ ਵਿੱਚ ਹਨ। Have been with me since I was 10, ਇਹ ਸਾਰੀਆਂ ਸਟੋਰੀਜ਼ ਮੇਰੇ ਨਾਲ ਕਦੋਂ ਤੋਂ ਹਨ? ਮੇਰੇ 10 ਸਾਲ ਦੀ ਉਮਰ ਤੋਂ ਹੀ ਇਹ ਸਾਰੀਆਂ ਸਟੋਰੀਜ਼ ਮੇਰੇ ਨਾਲ ਹੀ ਚੱਲਦੀਆਂ ਹਨ। And as I turn their pages once again, ਤੇ ਜਿੱਦਾਂ ਹੀ ਮੈਂ ਇੱਕ ਵਾਰ ਫੇਰ ਤੋਂ ਉਹਨਾਂ ਦੇ ਪੰਨੇ ਪਰਤਾਂਦਾ ਹਾਂ, I feel and love their old refrain, ਤਾਂ ਮੈਂ ਉਹਨਾਂ ਦੇ ਵਿੱਚ ਬਾਰ-ਬਾਰ ਆਉਣ ਵਾਲੀਆਂ ਉਹੀ ਗੱਲਾਂ ਪ੍ਰਤੀ ਆਪਣੀ ਭਾਵਨਾ ਅਤੇ ਆਪਣਾ ਪਿਆਰ ਮਹਿਸੂਸ ਕਰਦਾ ਹਾਂ। ਸੋ ਇਹਦੇ ਨਾਲ ਕੁਐਸਚਨ ਕਰਦੇ ਹਾਂ। ਫਸਟ ਕੀ ਹੈ? The poet calls his books familiar friends. Why does he call them familiar? ਪੋਇਟ ਨੇ ਕਿਤਾਬਾਂ ਨੂੰ ਕਿਹਾ ਕਿ ਇਹ ਮੇਰੀਆਂ ਜਾਣ ਪਹਿਚਾਣ ਵਾਲੀਆਂ ਫਰੈਂਡਸ ਹਨ। ਉਸ ਨੇ ਉਹਨਾਂ ਨੂੰ ਆਪਣੀਆਂ ਫੈਮਿਲੀਅਰ ਫਰੈਂਡਸ ਕਿਉਂ ਕਿਹਾ? ਉਹ ਇਸ ਕਰਕੇ ਕਿਹਾ ਸੀ ਕਿਉਂਕਿ ਆਪਣੇ 10 ਸਾਲ ਦੀ ਉਮਰ ਤੋਂ ਹੀ ਉਹ ਉਹਨਾਂ ਕਿਤਾਬਾਂ ਦੇ ਨਾਲ ਹੀ ਸੀ, ਇਸ ਕਰਕੇ ਉਸਨੇ ਉਹਨਾਂ ਨੂੰ ਫੈਮਿਲੀਅਰ ਫਰੈਂਡਸ ਕਿਹਾ ਸੀ। ਇੰਗਲਿਸ਼ ਅਸੀਂ ਲਿਖਾਂਗੇ The poet calls them familiar friends because the books have been with him since he was 10. Next, what do you understand by the phrase timeless tales? ਤੁਸੀਂ ਇਸ ਸਟੈਂਜ਼ਾ ਦੇ ਵਿੱਚ ਆਏ ਇਹਨਾਂ ਸ਼ਬਦਾਂ timeless tales ਤੋਂ ਕੀ ਸਮਝਦੇ ਹੋ? ਆਨਸਰ ਸੋ ਅਸੀਂ ਲਿਖਾਂਗੇ we understand that the stories in the books are permanent source of joy for the poet. C. How does the poet feel when he touches and feels the pages of his books? ਕਿ ਕਵੀ ਕਿਸ ਤਰ੍ਹਾਂ ਮਹਿਸੂਸ ਕਰਦਾ ਹੈ ਜਦੋਂ ਕਿਤਾਬਾਂ ਦੇ ਪੰਨਿਆਂ ਦੀ ਛੋਹ ਮਹਿਸੂਸ ਕਰਦਾ ਹੈ? The poet loves their old refrain. C. Great verse, great thoughts still stand the test of time that's passing by so fast. ਕਿ ਮਹਾਨ ਕਵਿਤਾ ਅਤੇ ਉਹਨਾਂ ਵਿੱਚ ਮੌਜੂਦ ਮਹਾਨ ਵਿਚਾਰ ਸਮੇਂ ਦੇ ਤੇਜ਼ੀ ਦੇ ਨਾਲ ਬੀਤਣ ਤੇ ਵੀ ਕਾਫੀ ਲੰਬੇ ਸਮੇਂ ਤੋਂ ਬਾਅਦ ਵੀ ਤਰੋ-ਤਾਜ਼ਾ ਰਹਿੰਦੇ ਹਨ, ਭਾਵ ਉਹਨਾਂ 'ਚ ਕੋਈ ਬਦਲਾਵ ਨਹੀਂ ਆਉਂਦਾ। ਮੀਨਸ ਕਿ ਕੁਝ ਕਿਤਾਬਾਂ ਇਹੋ ਜਿਹੀਆਂ ਹਨ ਜਿਹਦੇ ਵਿੱਚ ਲੱਗਦਾ ਹੈ ਕਿ ਅਟੱਲ ਸੱਚਾਈਆਂ ਹਨ ਜੋ ਕਿ ਸਮੇਂ ਦੇ ਪ੍ਰਭਾਵ ਤੋਂ ਰਹਿਤ ਹੈ, ਸਮੇਂ ਦੇ ਬੀਤਣ ਦੇ ਨਾਲ ਵੀ ਉਹਨਾਂ ਸੱਚਾਈਆਂ ਦੇ ਵਿੱਚ ਕੋਈ ਫਰਕ ਨਹੀਂ ਆਉਂਦਾ ਅਤੇ ਉਹਨਾਂ ਨੂੰ ਪੜ੍ਹ ਕੇ ਅੱਜ ਵੀ ਉਹੀ ਅਹਿਸਾਸ ਹੁੰਦਾ ਹੈ ਜੋ ਕਿ ਕਾਫੀ ਲੰਬੇ ਸਮੇਂ ਪਹਿਲਾਂ ਹੋਇਆ ਕਰਦਾ ਸੀ। These good companions never fail to give me joy to nourish me. ਇਹ ਮੇਰੀਆਂ ਅੱਛੀਆਂ ਕੰਪੈਨੀਅਨਸ ਯਾਨੀ ਫਰੈਂਡਸ ਕਦੀ ਵੀ ਫੇਲ ਨਹੀਂ ਹੁੰਦੀਆਂ ਮੈਨੂੰ ਖੁਸ਼ੀ ਪ੍ਰਦਾਨ ਕਰਨ ਦੇ ਵਿੱਚ ਤੇ ਮੇਰੀ ਪਰਸਨੈਲਿਟੀ ਨੂੰ ਵਿਕਸਿਤ ਕਰਨ ਦੇ ਵਿੱਚ। ਭਾਵ ਹਮੇਸ਼ਾ ਜਦੋਂ ਮੈਂ ਕਿਤਾਬ ਪੜ੍ਹਦਾ ਹਾਂ ਤੇ ਮੈਂ ਖੁਸ਼ੀ ਮਹਿਸੂਸ ਕਰਦਾ ਹਾਂ, ਇਹ ਮੈਨੂੰ ਖੁਸ਼ੀ ਪ੍ਰਦਾਨ ਕਰਦੀਆਂ ਹਨ। We who love books will always be the lucky ones, our minds set free. ਅਸੀਂ ਜੋ ਕਿਤਾਬਾਂ ਨੂੰ ਪਿਆਰ ਕਰਦੇ ਹਾਂ ਹਮੇਸ਼ਾ ਇੰਨੇ ਖੁਸ਼ਕਿਸਮਤ ਆਪਣੇ ਆਪ ਨੂੰ ਸਮਝਾਂਗੇ ਜਿਨ੍ਹਾਂ ਦੇ ਦਿਮਾਗਾਂ ਨੂੰ ਇਹਨਾਂ ਕਿਤਾਬਾਂ ਨੇ ਉਹਨਾਂ ਸਾਰੇ ਬੰਧਨਾਂ ਤੋਂ ਮੁਕਤ ਕਰ ਦਿੱਤਾ ਹੈ ਜੋ ਕਿ ਸਾਨੂੰ ਰੈਸ਼ਨਲ ਥਿੰਕਿੰਗ ਨਹੀਂ ਕਰਨ ਦਿੰਦੇ ਸੀ, ਭਾਵ ਸੋਚ ਵਿਚਾਰਨ ਨਹੀਂ ਦਿੰਦੇ ਸੀ। ਇੱਕ ਤਰਕ ਵਾਲੀ ਸੋਚ ਇਹਨਾਂ ਕਿਤਾਬਾਂ ਨੇ ਸਾਨੂੰ ਦਿੱਤੀ ਹੈ ਜਿਹਦੇ ਕਰਕੇ ਅਸੀਂ ਆਪਣੇ ਆਪ ਨੂੰ ਬਹੁਤ ਲੱਕੀ ਸਮਝਦੇ ਹਾਂ। ਸੋ ਕੁਐਸਚਨ, ਅਕੋਰਡਿੰਗ ਟੂ ਦਾ ਪੋਇਟ what will stand the test of time? ਕਿ ਸਮੇਂ ਦੀਆਂ ਪ੍ਰੀਖਿਆਵਾਂ ਦੇ ਵਿੱਚੋਂ, ਭਾਵ ਸਮਾਂ ਜੋ ਵਕਤ ਤੇ ਟੈਸਟ ਲੈਂਦਾ ਹੈ ਕਿ ਹਾਂ ਕਿ ਹੁਣ ਵੀ ਇਹ ਕਿਤਾਬਾਂ ਸਾਰਥਕ ਹਨ, ਕਿ ਹੁਣ ਦੇ ਸਮੇਂ ਵਿੱਚ ਵੀ ਇਹਨਾਂ ਕਿਤਾਬਾਂ ਦਾ ਕੁਝ ਮਤਲਬ ਹੈ, ਕਿ ਇਹ ਅੱਜ ਵੀ ਅੱਜ ਦੀ ਪੀੜ੍ਹੀ ਨੂੰ ਪ੍ਰਭਾਵਿਤ ਕਰਦੀਆਂ ਹਨ। ਇਸ ਨੂੰ ਕਹਿੰਦੇ ਹਨ ਟੈਸਟ ਆਫ ਟਾਈਮ। ਸੋ ਕੁਐਸਚਨ ਪੁੱਛਿਆ ਜਾ ਰਿਹਾ ਕਿ ਕਵੀ ਦੇ ਅਨੁਸਾਰ ਸਮੇਂ ਦੇ ਇਸ ਟੈਸਟ ਦੇ ਵਿੱਚ ਐਸੀ ਕਿਹੜੀ ਚੀਜ਼ ਹੈ ਜਿਹੜੀ ਖੜੀ ਰਹਿੰਦੀ ਹੈ, ਜਿਹੜੀ ਸਥਿਰ ਰਹਿੰਦੀ ਹੈ? ਸੋ ਉਹ ਹਨ ਗ੍ਰੇਟ ਵਰਸ ਤੇ ਗ੍ਰੇਟ ਥਾਟਸ। ਸੋ ਆਪਾਂ ਲਿਖਾਂਗੇ ਗ੍ਰੇਟ ਵਰਸ, ਗ੍ਰੇਟ ਥਾਟਸ still stand the test of time. Next,
What do you think the poet will always get from his good companions? ਤੁਸੀਂ ਕੀ ਸਮਝਦੇ ਹੋ ਕਿ ਪੋਇਟ ਨੂੰ ਹਰ ਵਾਰ ਆਪਣੇ ਚੰਗੇ ਸਾਥੀਆਂ ਤੋਂ ਕੀ ਮਿਲਦਾ ਹੈ? ਸੋ ਉਹਦੇ ਸਾਥੀ ਕੌਣ ਸਨ? ਕੰਪੈਨੀਅਨਸ ਕੌਣ ਸਨ? ਯੈਸ, ਬੁక్స్। ਸੋ ਉਸ ਨੂੰ ਹਰ ਵਾਰ ਕੀ ਮਿਲਦਾ ਹੈ? ਜੋਏ ਯਾਨੀ ਖੁਸ਼ੀ। The poet will always get joy from his good companions to nourish him। ਸੋ ਜੇ ਤੁਸੀਂ to nourish him ਨਹੀਂ ਵੀ ਲਿਖਣਾ ਚਾਹੁੰਦੇ ਤਾਂ ਵੀ ਠੀਕ ਹੈ। The poet will always get joy from his good companions। Next, who according to the poet will always be the lucky ones? ਕਿ poet ਦੇ ਅਨੁਸਾਰ ਕੌਣ ਹੈ ਜੋ ਕਿਸਮਤ ਵਾਲੇ ਹਨ? ਸੋ ਦਾ ਜਵਾਬ ਹੋਗਾ according to the poet, they who love books will always be the lucky ones। Activity 5. Books have been described using many names and adjectives। ਕਿ ਕਿਤਾਬਾਂ ਦਾ ਵਰਣਨ ਕਰਨ ਲਈ ਉਹਨਾਂ ਦੇ ਕਾਫੀ ਨਾਮ ਰੱਖੇ ਗਏ ਹਨ, ਉਹਨਾਂ ਲਈ ਕਾਫੀ ਵਿਸ਼ੇਸ਼ਣ ਰੱਖੇ ਗਏ ਹਨ, ਭਾਵ ਉਹਨਾਂ ਦੇ ਕਾਫੀ ਗੁਣਾਂ ਦਾ ਬਿਆਨ ਕੀਤਾ ਜਾਂਦਾ ਹੈ। In the given table, ਹੇਠਾਂ ਦਿੱਤੇ ਟੇਬਲ ਦੇ ਵਿੱਚ list all the names and adjectives used by the poet to describe books। ਅਸੀਂ ਇਸ ਪੋਇਮ ਦੇ ਵਿੱਚ ਜੋ ਕਿਤਾਬਾਂ ਲਈ ਵੱਖਰੇ ਵੱਖਰੇ ਨਾਮ ਆਏ ਹਨ ਅਤੇ ਜੋ ਉਹਨਾਂ ਦੇ ਗੁਣਾਂ ਦਾ ਬਖਾਨ ਕਰਨ ਦੇ ਲਈ ਸ਼ਬਦ ਵਰਤੇ ਗਏ ਹਨ, ਉਹਨਾਂ ਦੀ ਲਿਸਟ ਬਣਾ ਕੇ ਨੀਚੇ ਕਾਲਮਸ ਵਿੱਚ ਲਿਖਾਂਗੇ। ਸੋ ਲੈਫਟ ਸਾਈਡ ਤੇ ਲਿਖਾਂਗੇ ਨਾਊਨਸ ਯੂਜ਼ਡ ਫॉर ਬੁక్స్, ਕਿ ਉਹ ਨਾਮ ਜੋ ਕਿ ਕਿਤਾਬਾਂ ਲਈ ਵਰਤੇ ਗਏ, ਤੇ ਰਾਈਟ ਸਾਈਡ ਤੇ ਲਿਖਾਂਗੇ ਐਡਜੈਕਟਿਵਸ ਯੂਜ਼ਡ ਫॉर ਡਿਸਕ੍ਰਾਈਬਿੰਗ ਬੁక్స్, ਕਿ ਇਸ ਪੋਇਮ ਦੇ ਵਿੱਚ ਇਹਨਾਂ ਕਿਤਾਬਾਂ ਬਾਰੇ ਬਿਆਨ ਕਰਨ ਲਈ ਜਿਹੜੇ ਜਿਹੜੇ ਐਡਜੈਕਟਿਵਸ ਵਰਤੇ ਗਏ ਹਨ, ਆਪਾਂ ਉਹ ਸਾਰੇ ਐਡਜੈਕਟਿਵ ਇੱਥੇ ਲਿਖਾਂਗੇ। ਸੋ ਅਸੀਂ ਪੋਇਮ ਦੀ ਸੀਕੁਐਂਸ ਦੇ ਹਿਸਾਬ ਨਾਲ ਚੱਲਦੇ ਹਾਂ। ਸੋ ਸਭ ਤੋਂ ਪਹਿਲਾਂ ਆਂਦਾ ਹੈ ਓਲਡ ਐਂਡ ਵੋਨ। ਇਹ ਐਡਜੈਕਟਿਵ ਹੈ ਜੋ ਕਿ ਕਿਤਾਬਾਂ ਲਈ ਵਰਤਿਆ ਗਿਆ ਹੈ। ਓਲਡ ਐਂਡ ਵੋਨ ਯਾਨੀ ਖਸਤਾ ਹਾਲਤ ਕਿਤਾਬਾਂ। ਨੈਕਸਟ ਹੈ ਅਲਾਈਵ, ਭਾਵ ਜਿਉਂਦੀਆਂ ਜਾਗਦੀਆਂ ਕਿਤਾਬਾਂ। ਨੈਕਸਟ ਹੈ ਸਟਿਲ ਰੈਡ, ਕਿ ਉਹ ਕਿਤਾਬਾਂ ਜਿਹੜੀਆਂ ਹਜੇ ਵੀ ਪੜ੍ਹੀਆਂ ਜਾਂਦੀਆਂ ਹਨ। ਸੋ ਇਹ ਵੀ ਉਹਨਾਂ ਦਾ ਇੱਕ ਗੁਣ ਹੋ ਗਿਆ ਐਡਜੈਕਟਿਵ। ਸਟਿਲ ਫਰੈਸ਼, ਜੋ ਅਜੇ ਵੀ ਤਰੋ ਤਾਜ਼ਾ ਕਰਨ ਵਾਲੀਆਂ ਹਨ, ਭਾਵ ਅਜੇ ਵੀ ਉਹਨਾਂ ਨੂੰ ਪੜ੍ਹਨ ਵਿੱਚ ਓਨਾ ਹੀ ਨਵਾਂਪਨ, ਓਨੀ ਹੀ ਫਰੈਸ਼ਨੈਸ ਮਹਿਸੂਸ ਹੁੰਦੀ ਹੈ ਜਿੰਨੀ ਕਿ ਕਾਫੀ ਸਮਾਂ ਪਹਿਲਾਂ ਹੁੰਦੀ ਸੀ। ਨੈਕਸਟ ਹੈ ਮੈਜਿਕ, ਕਿ ਕਿਤਾਬਾਂ ਦਾ ਗੁਣ ਕੀ ਹੈ ਕਿ ਉਹਨਾਂ ਦੇ ਵਿੱਚ ਮੈਜਿਕ ਹੈ। ਸੋ ਵੀ ਇੱਕ ਐਡਜੈਕਟਿਵ ਹੋ ਗਿਆ। ਸੋ ਨੈਕਸਟ ਸਟੈਂਜ਼ਾ ਚਾਹੁੰਦਾ ਫੈਮੀਲੀਅਰ ਫਰੈਂਡਸ। ਇਹ ਕਿਤਾਬਾਂ ਨੂੰ ਇੱਕ ਨਾਮ ਦਿੱਤਾ ਗਿਆ ਸੀ, ਸੋ ਇਹਨੂੰ ਆਪਾਂ ਨਾਉਨ ਵਾਲੇ ਪਾਸੇ ਲਿਖਾਂਗੇ। ਅਗਲਾ ਨਾਮ ਦਿੱਤਾ ਗਿਆ ਹੈ ਟਾਈਮਲੈਸ ਟੇਲਸ। ਸੋ ਇਹ ਵੀ ਇੱਕ ਨਾਉਨ ਹੈ। ਨੈਕਸਟ ਵਰਡ ਆਉਂਦਾ ਹੈ ਓਲਡ ਰੈਫਰੇਨ। ਸੋ ਇਹ ਕਿਤਾਬਾਂ ਦਾ ਗੁਣ ਹੈ ਕਿ ਕਿਤਾਬਾਂ ਦੇ ਵਿੱਚ ਮੌਜੂਦ ਉਹਨਾਂ ਦਾ ਵਿਸ਼ਾ ਵਸਤੂ, ਉਹਨਾਂ ਦਾ ਸਬਜੈਕਟ, ਉਹਨਾਂ ਦੀ ਸਥਾਈ, ਜਿਸ ਨੂੰ ਟੇਕ ਰੱਖ ਕੇ ਉਹ ਕਿਤਾਬਾਂ ਬਣਦੀਆਂ ਸਨ, ਉਹ ਕਵਿਤਾਵਾਂ ਲਿਖੀਆਂ ਜਾਂਦੀਆਂ ਸਨ, ਉਸ ਨੂੰ ਕਹਿੰਦੇ ਹਨ ਰੈਫਰੇਨ। ਸੋ ਐਡਜੈਕਟਿਵ ਕੀ ਬਣਿਆ? ਕਿਤਾਬਾਂ ਦਾ ਓਲਡ ਰੈਫਰੇਨ। ਸੋ ਇਹਨੂੰ ਆਪਾਂ ਐਡਜੈਕਟਿਵ ਵਾਲੀ ਸਾਈਡ ਲਿਖਾਂਗੇ ਓਲਡ ਰੈਫਰੇਨ। ਸੋ ਨੈਕਸਟ ਐਡਜੈਕਟਿਵ ਇਹਨਾਂ ਕਿਤਾਬਾਂ ਦੇ ਵਰਣਨ ਲਈ ਵਰਤਿਆ ਗਿਆ ਹੈ ਗ੍ਰੇਟ। ਨੈਕਸਟ ਹੈ ਗੁੱਡ ਕੰਪੈਨੀਅਨਸ। ਇਹ ਆਪਾਂ ਨਾਉਨ ਦੇ ਵਿੱਚ ਲਿਖਾਂਗੇ ਕਿ ਉਹ ਚੰਗੇ ਫਰੈਂਡਸ ਹਨ। ਲਰਨਿੰਗ ਲੈਂਗੁਏਜ, ਆਓ ਹੁਣ ਆਪਾਂ ਭਾਸ਼ਾ ਸਿੱਖੀਏ, ਭਾਵ ਹੁਣ ਗ੍ਰਾਮਰ ਦੀ ਐਕਟੀਵਿਟੀਜ਼ ਕਰਦੇ ਹਾਂ। ਸੋ ਇਸ ਐਕਸਰਸਾਈਜ਼ ਵਿੱਚ ਅਸੀਂ ਸਿੱਖਾਂਗੇ tenses। ਠੀਕ, tense is the form of a verb used to show the time of an action or a state। tense ਤੋਂ ਕੀ ਭਾਵ ਹੈ? ਇਹ ਕਹਿ ਰਿਹਾ ਹੈ ਕਿ tense ਤੋਂ ਭਾਵ ਹੈ ਕਿ ਜਦੋਂ ਅਸੀਂ ਕੋਈ ਕੰਮ ਕਰਦੇ ਹਾਂ, ਉਹ ਕੰਮ ਕਦੋਂ ਕੀਤਾ, ਉਹਦਾ ਸਮਾਂ, ਠੀਕ ਹੈ, ਤੇ ਉਹ ਕੰਮ ਕਿਸ ਤਰ੍ਹਾਂ ਕੀਤਾ। ਸਟੇਟ ਹੁੰਦੀ ਹੈ ਹਾਲਤ, ਉਦੋਂ ਹਾਲਤ ਕੀ ਸੀ, ਉਦੋਂ ਸਥਿਤੀ ਕੀ ਸੀ। ਸੋ ਜੋ ਵਾਕ ਸਾਨੂੰ ਇਹਨਾਂ ਦੋਨਾਂ ਚੀਜ਼ਾਂ ਬਾਰੇ ਦੱਸੇ, ਇੱਕ ਤਾਂ ਕਿਹੜੇ ਸਮੇਂ ਉਹ ਕੰਮ ਕੀਤਾ ਗਿਆ ਤੇ ਕਿਹੜੀ ਸਥਿਤੀ ਵਿੱਚ ਉਹ ਕੰਮ ਕੀਤਾ ਗਿਆ। ਸੋ ਇਹਨਾਂ ਦੋਨਾਂ ਚੀਜ਼ਾਂ ਨੂੰ ਬਿਆਨ ਕਰਨ ਲਈ ਅਸੀਂ ਟੈਂਸ ਦੀ ਵਰਤੋਂ ਕਰਦੇ ਹਾਂ। The three main tenses are, ਤਿੰਨ ਮੁੱਖ ਤਰ੍ਹਾਂ ਦੇ ਕਾਲ ਹਨ। ਸੋ ਮੁੱਖ ਰੂਪ ਵਿੱਚ ਤਿੰਨ ਤਰ੍ਹਾਂ ਦੇ ਟੈਂਸਸ ਹੁੰਦੇ ਹਨ। ਟੈਂਸ ਮਤਲਬ ਕਾਲ, ਹਨਾ, ਸਮਾਂ। ਸੋ ਪਹਿਲਾ ਕੀ ਹੈ? ਪ੍ਰੈਜ਼ੈਂਟ ਟੈਂਸ, ਪਾਸਟ ਟੈਂਸ, ਫਿਊਚਰ ਟੈਂਸ। ਵਰਤਮਾਨ ਕਾਲ, ਭੂਤਕਾਲ ਤੇ ਭਵਿੱਖਤ ਕਾਲ। ਲੁੱਕ ਐਟ ਦ ਫੋਲੋਇੰਗ ਸੈਂਟੈਂਸਿਸ। ਹੇਠਾਂ ਦਿੱਤੇ ਵਾਕਾਂ ਨੂੰ ਦੇਖੋ। I go to school every day। ਮੈਂ ਰੋਜ਼ ਸਕੂਲ ਜਾਂਦਾ ਹਾਂ। I went to school yesterday। ਮੈਂ ਕੱਲ ਸਕੂਲ ਗਿਆ। I shall go to the school tomorrow। ਮੈਂ ਕੱਲ ਸਕੂਲ ਜਾਵਾਂਗਾ। In sentence 1, the verb go refers to the present time and is therefore said to be in the present tense। ਹੁਣ ਪਹਿਲੇ ਸੈਂਟੈਂਸ ਦੇ ਵਿੱਚ go ਲੱਗਿਆ ਹੈ, ਜਿੱਥੇ verb ਦੀ ਫਸਟ ਫਾਰਮ ਲੱਗੀ ਹੋਵੇ go, ਉਹਦਾ ਮਤਲਬ ਕੀ ਹੁੰਦਾ? ਉਹ
ਪ੍ਰੈਜ਼ੈਂਟ ਟਾਈਮ ਦੀ ਗੱਲ ਕਰ ਰਹੇ ਹਨ, ਇਸ ਕਰਕੇ ਉਹਨੂੰ ਪ੍ਰੈਜ਼ੈਂਟ ਟੈਂਸ ਕਹਾਂਗੇ। ਇਨ ਸੈਂਟੈਂਸ 2 the verb went refers to an action that happened in the past time। ਹੁਣ ਜੋ ਇਹ 'ਚ verb second form ਲੱਗੀ ਹੈ ਉਹ ਹੈ went, go went। ਜਿੱਥੇ second form ਲੱਗੇ ਉਹ past time ਨੂੰ ਰੈਫਰ ਕਰ ਰਿਹਾ, ਦਰਸਾ ਰਿਹਾ ਹੈ, ਇਸ ਕਰਕੇ ਇਸ ਨੂੰ ਅਸੀਂ past tense ਕਹਾਂਗੇ। in sentence 3 the word shall go refers to the future time। ਹੁਣ ਤੀਜੇ ਵਾਕ ਦੇ ਵਿੱਚ shall go ਲੱਗਿਆ ਹੈ, ਇਹਦਾ ਮਤਲਬ ਹੈ future ਦੀ ਗੱਲ ਕੀਤੀ ਗਈ ਹੈ and is therefore said to be in the future sentence। ਇਸ ਕਰਕੇ ਇਹਨਾਂ ਨੂੰ ਅਸੀਂ future sentence ਵਿੱਚ ਹੀ ਕਹਾਂਗੇ। ਸੋ ਇਹ future tense ਹੈ। ਸੋ ਆਓ ਆਪਾਂ ਪਹਿਲਾਂ present tense ਬਾਰੇ ਪੜ੍ਹੀਏ। read the following sentences। ਹੇਠਾਂ ਦਿੱਤੇ ਵਾਕਾਂ ਨੂੰ ਪੜ੍ਹੋ। ਫਸਟ ਕੀ ਹੈ? I help my mother every day। ਮੈਂ ਆਪਣੇ ਮਾਤਾ ਜੀ ਦੀ ਮਦਦ ਹਰ ਰੋਜ਼ ਕਰਦਾ ਹਾਂ। ਸੈਕਿੰਡ, I am helping my mother। ਮੈਂ ਆਪਣੇ ਮਾਤਾ ਜੀ ਦੀ ਮਦਦ ਕਰ ਰਿਹਾ ਹਾਂ। I have helped my mother। मैं अपने माता जी दी मदद कीती है, यानी वो काम कर चुका है। I have been helping my mother since morning। मैं सवेर तो ही अपने माता जी ਦੀ ਹੈਲਪ ਕਰ ਰਿਹਾ ਹਾਂ। ਸੋ ਇੱਥੇ ਹੁਣ ਕੀ ਆ ਗਿਆ? ਸਮਾਂ, ਭਾਵ ਮਦਦ ਹੁਣ ਵੀ ਕਰ ਰਿਹਾ ਪਰ ਸਵੇਰ ਤੋਂ ਕਰ ਰਿਹਾ। ਜਦੋਂ ਆਪਾਂ ਸਮਾਂ ਦੇ ਦਈਏ ਨਾਲ ਤੇ ਉਹਦੇ ਨਾਲ ਫਿਰ ਕੀ ਲੱਗ ਜਾਂਦਾ? have been। all the four sentences above refer to the present time। ਹੁਣ ਉੱਪਰਲੇ ਚਾਰੇ sentences present time ਨੂੰ ਰੈਫਰ ਕਰ ਰਹੇ ਹਨ, ਦਰਸਾ ਰਹੇ ਹਨ and therefore are all in the present tense। ਇਸ ਕਰਕੇ ਸਾਰੇ ਹੀ present tense ਵਿੱਚ ਹਨ। but there is a distinction in the ways in which the action is taking place। ਪਰ ਜਿਸ ਤਰ੍ਹਾਂ ਇਹਨਾਂ sentences ਦੇ ਵਿੱਚ ਕੋਈ ਐਕਸ਼ਨ ਹੋ ਰਿਹਾ ਹੈ ਉਹਨਾਂ ਦੇ ਵਿੱਚ ਭੇਦ ਹੈ। in sentence 1 ਪਹਿਲੇ ਵਾਕ ਦੇ ਵਿੱਚ the action is mentioned simply। ਜਿਹੜਾ ਕੰਮ ਹੈ ਬਹੁਤ ਸਧਾਰਨ ਤਰੀਕੇ ਨਾਲ ਹੋਇਆ। there is no reference to the completeness or incompleteness of the action। ਉਹਦੇ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਕੰਮ ਪੂਰਾ ਹੋ ਚੁੱਕਾ ਜਾਂ ਅਧੂਰਾ ਹੈ। The verb help is therefore said to be in the simple present tense or the present indefinite tense। ਸੋ ਇਸ ਵਿੱਚ ਜੋ ਕਿਰਿਆ ਲੱਗੀ ਹੈ ਪਾ verb, ਉਹ ਕਿਹੜੀ ਹੈ? ਹੈਲਪ। ਆਪਾਂ ਇਸ ਕਿਰਿਆ ਨੂੰ ਕਹਾਂਗੇ ਇਹ ਸਿੰਪਲ ਪ੍ਰੈਜ਼ੈਂਟ ਟੈਂਸ ਹੈ ਜਾਂ ਪ੍ਰੈਜ਼ੈਂਟ ਇਨਡੈਫੀਨਿਟ ਟੈਂਸ ਹੈ। ਇਨ ਸੈਂਟੈਂਸ 2 the action mentioned is incomplete। ਜਿਹੜਾ ਕੰਮ ਉਹਦੇ ਵਿੱਚ ਮੈਂਸ਼ਨ ਕੀਤਾ ਹੋਇਆ ਉਹ ਇਨਕੰਪਲੀਟ ਹੈ, ਭਾਵ ਅਜੇ ਪੂਰਾ ਨਹੀਂ ਹੋਇਆ। ਇਟ ਇਜ਼ ਸਟਿਲ ਗੋਇੰਗ ਔਨ, ਅਜੇ ਵੀ ਉਹ ਚੱਲ ਰਿਹਾ ਹੈ। the verb am helping is said to be in the present continuous tense। ਇਸ ਕਰਕੇ ਜਿੱਥੇ am helping ਜਾਂ is helping ਲੱਗ ਜੇ ਉਹਦਾ ਮਤਲਬ ਕੀ ਹੁੰਦਾ ਹੈ? ਉਹ present continuous tense ਹੈ। in sentence 3 the action is mentioned as finished, complete or perfect। ਕਿ ਜੋ ਉਹਦੇ ਵਿੱਚ ਐਕਸ਼ਨ ਦਿੱਤਾ ਗਿਆ ਹੈ ਉਹ ਦੱਸਿਆ ਗਿਆ ਕਿ ਉਹ ਫਿਨਿਸ਼ ਹੋ ਚੁੱਕਿਆ ਹੈ, ਕੰਪਲੀਟ ਹੋ ਚੁੱਕਿਆ ਤੇ ਪਰਫੈਕਟ ਹੈ, ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਹੈ। the verb have helped ਜਾਂ has helped ਇਹ ਕੀ ਸ਼ੋ ਕਰਦੇ ਹਨ ਕਿ ਇਹ ਟੈਂਸ ਕਿਹੜਾ ਹੈ? present perfect tense। In sentence 4 the action is mentioned as having been going on continuously but not completed at the present moment। ਹੁਣ ਚੌਥੇ ਵਾਕ ਦੇ ਵਿੱਚ ਦੱਸਿਆ ਗਿਆ ਹੈ ਕਿ ਇਹ ਕੰਮ ਹੋ ਰਿਹਾ ਪਰ ਹੁਣ ਤੱਕ ਵੀ ਉਹ ਖਤਮ ਨਹੀਂ ਹੋਇਆ, ਹਜੇ ਵੀ ਉਹ ਹੋ ਹੀ ਰਿਹਾ ਹੈ। the verb have been helping is said to be in the present perfect continuous tense। ਕਿ ਕੋਈ ਕੰਮ ਸਵੇਰ ਤੋਂ ਕਰ ਰਿਹਾ ਸੀ, ਜੋ ਸਵੇਰ ਤੋਂ ਕਰ ਰਿਹਾ ਸੀ ਉਹ ਹੁਣ ਤੱਕ ਪੂਰਾ ਉਹਨੇ ਕਰ ਲਿਆ ਪਰ ਹਜੇ ਉਹਨੇ ਖਤਮ ਨਹੀਂ ਕੀਤਾ, ਹਜੇ ਹੋਰ ਉਹ ਕਰ ਰਿਹਾ ਹੈ। ਸੋ ਇਹ ਪਰਫੈਕਟ ਵੀ ਹੈ ਤੇ ਕੰਟੀਨਿਊਸ ਵੀ ਹੈ, ਭਾਵ ਉਹ ਚੱਲ ਵੀ ਰਿਹਾ ਹੈ। ਸੋ the present tense has 4 forms। ਸੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ present tense ਦੀਆਂ 4 ਕਿਸਮਾਂ ਹੁੰਦੀਆਂ ਹਨ। ਪਹਿਲੀ ਕਿਹੜੀ? ਸਿੰਪਲ ਪ੍ਰੈਜ਼ੈਂਟ ਔਰ ਪ੍ਰੈਜ਼ੈਂਟ ਇੰਡੈਫੀਨਿਟ। ਸੈਕਿੰਡ present continuous ਔਰ present progressive। ਥਰਡ present perfect। fourth present perfect continuous। ਠੀਕ। ਸੋ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਪਾਸਟ। ਸੋ ਪਾਸਟ ਦੀਆਂ ਵੀ 4 ਕਿਸਮਾਂ ਹੁੰਦੀਆਂ ਹਨ ਜੋ ਕਿ ਹੇਠਾਂ ਦਿੱਤੀਆਂ ਹੋਈਆਂ ਹਨ। just as the present tense has 4 forms the past tense also has the following 4 forms। ਸੋ ਉਸੇ ਤਰ੍ਹਾਂ ਹੀ past tense ਦੀਆਂ ਵੀ ਹੇਠਾਂ ਦਿੱਤੀਆਂ 4 ਕਿਸਮਾਂ ਹੁੰਦੀਆਂ ਹਨ। ਫਸਟ
I helped my mother yesterday. मैं अपने माता जी ਦੀ ਮਦਦ ਕੱਲ ਕੀਤੀ। ਇਹ ਸਿੰਪਲ ਪਾਸਟ ਹੋ ਗਿਆ। I was helping my mother. ਮੈਂ ਆਪਣੇ ਮਾਤਾ ਜੀ ਦੀ ਮਦਦ ਕਰ ਰਿਹਾ ਸੀ। ਪਾਸਟ ਕੰਟੀਨਿਊਸ ਹੋ ਗਿਆ। ਠੀਕ ਹੈ, ਯਾਨੀ ਇਹਦੇ ਵਿੱਚ ਇਹ ਦੱਸਿਆ ਨਹੀਂ ਹੈ ਕਿ ਕੰਮ ਖਤਮ ਹੋ ਚੁੱਕਿਆ ਹੈ। ਥਰਡ, I had helped my mother. ਮੈਂ ਆਪਣੇ ਮਾਤਾ ਜੀ ਦੀ ਮਦਦ ਕੀਤੀ ਸੀ ਜਾਂ ਕਰ ਚੁੱਕਾ ਸੀ। ਠੀਕ, ਸੋ ਇਹ ਕੀ ਹੋ ਗਿਆ? ਪਾਸਟ ਪਰਫੈਕਟ, ਭਾਵ ਮੈਂ ਇਹ ਕੰਮ ਖਤਮ ਕਰ ਚੁੱਕਾ ਸੀ। I had been helping my mother. ਸੋ ਜਿੱਥੇ had been ਲੱਗ ਜੇ ਉਹਦਾ ਮਤਲਬ ਕਿ ਉਹ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਸੀ ਤੇ ਪਾਸਟ ਵਿੱਚ ਮੌਜੂਦ ਉਸ ਪਲ ਨੂੰ ਬਿਆਨ ਕਰਦੇ ਹੋਏ ਉਸ ਵੇਲੇ ਵੀ ਉਹ ਕੰਮ ਕਰ ਰਿਹਾ ਸੀ। ਜਦੋਂ ਤੁਸੀਂ ਇਹ ਕਹਿਣਾ ਹੋਵੇ ਕਿ ਯਾਰ ਮੈਂ ਤਾਂ ਸਵੇਰ ਤੋਂ ਹੀ ਉਹ ਵਾਲਾ ਕੰਮ ਕਰ ਰਿਹਾ ਸੀ ਜਦੋਂ ਉਹ ਆਇਆ, ਠੀਕ ਹੈ, ਕਿ ਮੈਂ ਸਵੇਰ ਤੋਂ ਹੀ ਪੜ੍ਹ ਰਿਹਾ ਸੀ ਜਦੋਂ ਤੂੰ ਆਇਆ ਸੀ। ਫਿਊਚਰ ਟੈਂਸ Similarly, ਇਸੇ ਤਰ੍ਹਾਂ ਦੇ ਨਾਲ the future sentence has the following four forms. ਇਸੇ ਤਰ੍ਹਾਂ future tense ਦੀਆਂ ਵੀ ਹੇਠਾਂ ਦਿੱਤੀਆਂ 4 ਕਿਸਮਾਂ ਹੁੰਦੀਆਂ ਹਨ। ਪਹਿਲੀ, I shall call. ਮੈਂ ਕਾਲ ਕਰਾਂਗਾ। ਇਹ ਸਿੰਪਲ ਫਿਊਚਰ ਹੋ ਗਿਆ ਜਾਂ ਫਿਊਚਰ ਇੰਡੈਫੀਨਿਟ ਹੋ ਗਿਆ। I shall be calling. ਮੈਂ ਕਾਲ ਕਰ ਰਿਹਾ ਹੋਵਾਂਗਾ। ਇਹ ਫਿਊਚਰ ਕੰਟੀਨਿਊਸ ਹੋ ਗਿਆ ਜਾਂ ਫਿਊਚਰ ਪ੍ਰੋਗਰੈਸਿਵ। I shall have called. ਕਿ ਮੈਂ ਕਾਲ ਪੂਰੀ ਕਰ ਚੁੱਕਾ ਹੋਵਾਂਗਾ, ਕਿ ਜਦੋਂ ਤੂੰ ਆਏਗਾ ਕਿ ਉਦੋਂ ਮੈਂ ਇਹ ਕੰਮ ਖਤਮ ਕਰ ਚੁੱਕਾ ਹੋਵਾਂਗਾ। ਇਹ ਹੈਗਾ ਫਿਊਚਰ ਪਰਫੈਕਟ। I shall have been calling. ਕਿ ਜਦੋਂ ਤੂੰ ਆਏਗਾ ਮੈਂ ਇਹ ਵਾਲਾ ਕੰਮ ਸਵੇਰ ਤੋਂ ਹੀ ਕਰ ਰਿਹਾ ਹੋਵਾਂਗਾ। ਠੀਕ ਹੈ, ਸੋ ਉਹਨੂੰ ਆਪਾਂ ਕਹਾਂਗੇ ਫਿਊਚਰ ਪਰਫੈਕਟ ਕੰਟੀਨਿਊਸ। ਨੈਕਸਟ, look at the following chart for understanding forms of tenses. ਹੁਣ ਆਪਾਂ ਨੀਚੇ ਵਾਲਾ ਇੱਕ ਚਾਰਟ ਦੇਖਦੇ ਹਾਂ ਜਿਹਦੇ ਨਾਲ ਸਾਨੂੰ ਟੈਂਸ ਦੀਆਂ ਫਾਰਮਸ ਬਾਰੇ ਸਮਝ ਆਏਗੀ। ਸੋ ਸਭ ਤੋਂ ਉੱਪਰ ਕੀ ਲਿਖਿਆ? ਟੈਂਸ, ਲੈਫਟ ਸਾਈਡ ਪ੍ਰੈਜ਼ੈਂਟ, ਮਿਡਲ ਵਿੱਚ ਪਾਸਟ ਤੇ ਰਾਈਟ ਸਾਈਡ ਫਿਊਚਰ। ਸੋ ਪਾਸਟ ਦੇ ਨੀਚੇ ਕੀ ਹੈ? ਇੰਡੈਫੀਨਿਟ, ਜਿਹੜੀ ਪਹਿਲੀ ਫਾਰਮ ਹੈ ਦੀ। ਸੈਕਿੰਡ ਫਾਰਮ ਕੀ ਹੈ? ਕੰਟੀਨਿਊਸ। ਥਰਡ ਕੀ ਹੈ? ਪਰਫੈਕਟ ਤੇ ਫੋਰਥ ਕੀ ਹੈ? ਪਰਫੈਕਟ ਕੰਟੀਨਿਊਸ। ਬਹੁਤ ਸੌਖੇ ਯਾਦ ਕਰਨੇ। ਇਸੇ ਤਰ੍ਹਾਂ ਹੀ ਸਾਰਿਆਂ ਦੇ ਨਾਲ ਤੁਸੀਂ ਯਾਦ ਦੇਣਾ, ਪਾਸਟ ਇੰਡੈਫੀਨਿਟ, ਪਾਸਟ ਕੰਟੀਨਿਊਸ, ਪਾਸਟ ਪਰਫੈਕਟ ਕੰਟੀਨਿਊਸ, ਫਿਊਚਰ ਇੰਡੈਫੀਨਿਟ, ਫਿਊਚਰ ਕੰਟੀਨਿਊਸ, ਫਿਊਚਰ ਪਰਫੈਕਟ ਤੇ ਫਿਊਚਰ ਪਰਫੈਕਟ ਕੰਟੀਨਿਊਸ। ਆਓ ਇਹਨਾਂ ਦੀਆਂ ਕੁਝ ਐਗਜ਼ਾਮਪਲਸ ਦੇਖਦੇ ਹਾਂ। ਪ੍ਰੈਜ਼ੈਂਟ ਇੰਡੈਫੀਨਿਟ, to express what is actually taking place now. For example, ਕਿ future indefinite ਦੀ ਵਰਤੋਂ ਅਸੀਂ ਉਦੋਂ ਕਰਦੇ ਹਾਂ ਜਦੋਂ ਅਸੀਂ ਕਿਸੇ ਐਸੀ ਗੱਲ ਬਾਰੇ ਦੱਸਣਾ ਹੋਵੇ ਜੋ ਕਿ ਐਕਚੁਅਲ ਦੇ ਵਿੱਚ, ਅਸਲ ਦੇ ਵਿੱਚ ਹੁਣ ਵਾਪਰਦੀ ਹੈ। ਜਿਵੇਂ here comes the bride, ਕਿ ਦੁਲਹਨ ਆਂਦੀ ਹੈ। There goes the bus, ਬੱਸ ਉੱਥੇ ਜਾਂਦੀ ਹੈ। ਸੈਕਿੰਡ, ਟੂ ਐਕਸਪ੍ਰੈਸ ਅ ਹੈਬਚੁਅਲ ਐਕਸ਼ਨ, ਕਿ ਜਦੋਂ ਅਸੀਂ ਕਿਸੇ ਦੀ ਆਦਤ ਬਾਰੇ ਦੱਸਣਾ ਹੋਵੇ ਕਿ ਇਹ ਕੰਮ ਉਹ ਰੋਜ਼ ਕਰਦਾ ਹੈ ਉਦੋਂ ਵੀ ਅਸੀਂ ਪ੍ਰੈਜ਼ੈਂਟ ਇੰਡੈਫੀਨਿਟ ਦੀ ਵਰਤੋਂ ਕਰਦੇ ਹਾਂ। ਫੋਰ ਐਗਜ਼ਾਮਪਲ, ਹੀ ਗੈਟਸ ਅਪ अर्ਲੀ ਇਨ ਦਾ ਮਾਰਨਿੰਗ, ਉਹ ਸਵੇਰੇ ਜਲਦੀ ਉੱਠਦਾ ਹੈ। ਹੀ ਟੇਕਸ ਐਕਸਰਸਾਈਜ਼ ਐਵਰੀ ਡੇ, ਉਹ ਹਰ ਰੋਜ਼ ਕਸਰਤ ਕਰਦਾ ਹੈ। ਆਈ ਗੋ ਟੂ ਸਕੂਲ ਬਾਏ ਬੱਸ, ਮੈਂ ਸਕੂਲ ਬੱਸ ਵਿੱਚ ਜਾਂਦਾ ਹਾਂ। ਥਰਡ, ਟੂ ਐਕਸਪ੍ਰੈਸ ਸਮ ਯੂਨੀਵਰਸਲ ਟਰੂਥ, ਜਦੋਂ ਅਸੀਂ ਕੋਈ ਅਟਲ ਸੱਚਾਈ ਬਿਆਨ ਕਰਨੀ ਹੋਵੇ। ਫੋਰ ਐਗਜ਼ਾਮਪਲ, ਦ ਅਰਥ ਮੂਵਸ ਅਰਾਊਂਡ ਦ ਸਨ, ਧਰਤੀ ਸੂਰਜ ਦੁਆਲੇ ਘੁੰਮਦੀ ਹੈ। ਉਦੋਂ ਵੀ ਅਸੀਂ ਫਸਟ ਫਾਰਮ ਦੀ ਭਾਵ ਪ੍ਰੈਜ਼ੈਂਟ ਇੰਡੈਫੀਨਿਟ ਦੀ ਵਰਤੋਂ ਕਰਦੇ ਹਾਂ। ਦ ਸਨ ਰਾਈਜ਼ਸ ਇਨ ਦ ਈਸਟ ਐਂਡ ਸੈਟਸ ਇਨ ਦ ਵੈਸਟ, ਸੂਰਜ ਪੂਰਬ ਵਿੱਚ ਉਗਦਾ ਹੈ ਅਤੇ ਪੱਛਮ ਵਿੱਚ ਛੁਪਦਾ ਹੈ। The soul is immortal, ਆਤਮਾ ਅਮਰ ਹੈ। ਸੋ ਇੱਥੇ is verb ਹੋ ਗਿਆ। Fourth, to express a situation or a fact that is permanent, ਜਦੋਂ ਅਸੀਂ ਕਿਸੇ ਇਹੋ ਜਿਹੀ ਸਥਿਤੀ ਜਾਂ ਕਿਸੇ ਇਹੋ ਜਿਹੇ ਤੱਥ ਦਾ ਵਰਣਨ ਕਰਨਾ ਹੋਵੇ ਜੋ ਸਥਾਈ ਹੋਵੇ। ਫੋਰ ਐਗਜ਼ਾਮਪਲ, ਮਾਈ ਹਾਊਸ ਫੇਸਿਸ ਦ ਈਸਟ, ਕਿ ਮੇਰੇ ਘਰ ਦਾ ਮੂੰਹ ਪੂਰਬ ਦਿਸ਼ਾ ਵੱਲ ਹੈ। ਹੁਣ ਇਹ ਪਰਮਾਨੈਂਟ ਹੋ ਗਿਆ ਨਾ, ਸੋ ਇਹ ਸਿਚੁਏਸ਼ਨ ਕੀ ਹੋ ਗਈ? ਪਰਮਾਨੈਂਟ ਹੋ ਗਈ। ਦਿਸ ਰੋਡ ਰਨਸ ਫਰੋਮ ਲੁਧਿਆਣਾ ਟੂ ਦਿੱਲੀ, ਸੋ ਇਹ ਵੀ ਇੱਕ ਪਰਮਾਨੈਂਟ ਫੈਕਟ ਹੋ ਗਿਆ ਕਿ ਇਹ ਜਿਹੜੀ ਰੋਡ ਹੈ ਇਹ ਲੁਧਿਆਣਾ ਟੂ ਦਿੱਲੀ ਜਾਂਦੀ ਹੈ। ਨੈਕਸਟ, ਟੂ ਐਕਸਪ੍ਰੈਸ ਅ ਫਿਊਚਰ ਐਕਸ਼ਨ, ਈਵਨ ਕਈ ਵਾਰ ਇਹ ਆਉਣ ਵਾਲੇ ਟਾਈਮ ਦਾ ਕੋਈ ਐਕਸ਼ਨ, ਆਉਣ ਵਾਲੇ ਟਾਈਮ ਦੇ ਕਿਸੇ ਕੰਮ ਨੂੰ ਵੀ ਬਿਆਨ ਕਰਨ ਲਈ ਪ੍ਰੈਜ਼ੈਂਟ ਦੀ ਵਰਤੋਂ ਕੀਤੀ ਜਾਂਦੀ ਹੈ। ਵੈਨ ਦਾ ਫਿਊਚਰਿਟੀ ਇਜ਼ ਇੰਡੀਕੇਟਡ ਬਾਈ them, ਜਦੋਂ ਕਿ ਉਹਦੇ ਵਿੱਚ ਭਵਿੱਖ ਵਾਲੇ ਕਿਸੇ ਐਕਸ਼ਨ ਦੀ ਝਲਕ ਪੈਂਦੀ ਹੋਵੇ। ਫੋਰ ਐਗਜ਼ਾਮਪਲ, ਦ ਕਾਲਜ ਰੀਓਪਨਸ ਨੈਕਸਟ ਵੀਕ, ਕਿ ਕਾਲਜ ਅਗਲੇ ਹਫਤੇ ਖੁੱਲ੍ਹਦੇ ਹਨ। ਵੀ ਲੀਵ ਬਾਏ ਦ 8:30 AM ਟ੍ਰੇਨ, ਕਿ ਅਸੀਂ 8:30 ਵਾਲੀ ਟ੍ਰੇਨ ਤੇ ਚੱਲਦੇ ਹਾਂ। Look at the tables below to understand how the present tense works. ਹੇਠਾਂ ਦਿੱਤਾ ਟੇਬਲ ਅਸੀਂ ਦੇਖਦੇ ਹਾਂ ਜਿੱਥੋਂ ਸਾਨੂੰ ਪਤਾ ਚੱਲੇਗਾ ਕਿ present indefinite tense ਕਿਸ ਤਰ੍ਹਾਂ ਵਰਕ ਕਰਦਾ ਹੈ। ਸੋ ਸਬਜੈਕਟ ਭਾਵ ਕੰਮ ਕਰਨ ਵਾਲੇ, verb ਯਾਨੀ ਜੋ ਕੰਮ ਕਰਦੇ ਹਨ,
ਐਵਰੀ ਡੇ ਜਿਹਦੇ ਲਈ ਕੰਮ ਕੀਤਾ ਜਾਂਦਾ ਹੈ। ਸੋ ਇਹ ਜੋ ਸਬਜੈਕਟਸ ਹਨ ਆਈ, ਯੂ, ਵੀ, ਦੇ, ਸੀਤਾ ਐਂਡ ਗੀਤਾ, ਸੋ ਇਹ ਕੀ ਹੋ ਗਿਆ, ਇੱਕ ਪੈਟਰਨ ਤਿਆਰ ਹੋ ਗਿਆ ਜਿਸ ਨਾਲ ਤੁਸੀਂ ਸੈਂਟੈਂਸ ਫਾਰਮ ਕਰ ਸਕਦੇ ਹੋ। ਕਿਸ ਤਰ੍ਹਾਂ, ਆਈ ਵਰਕ ਐਵਰੀ ਡੇ, ਯੂ ਵਰਕ ਐਵਰੀ ਡੇ, ਵੀ ਵਰਕ ਐਵਰੀ ਡੇ, ਦੇ ਵਰਕ ਐਵਰੀ ਡੇ, ਸੀਤਾ ਐਂਡ ਗੀਤਾ ਵਰਕ every day. ठीक? Next, when we talk about singular subjects, we add ses to the verb. For example, he, she, it and other singular subjects such as this toy, the table, etc. ਤੇ ਜਦੋਂ subject ਹੋਵੇ he, she, it ਜਾਂ ਕੋਈ ਵੀ singular subject ਹੋਵੇ ਪਰ ਹੋਵੇ third person, ਯਾਨੀ ਮੈਂ ਵੀ ਨਾ ਹੋਵਾਂ I, ਤੂੰ ਵੀ ਨਾ ਹੋਵੇਂ you, ਠੀਕ ਹੈ, ਤੇ ਜ਼ਿਆਦਾ ਜਣੇ ਨਾ ਹੋਣ, ਸਿੰਗੂਲਰ ਹੋਵੇ, ਉਹਦੇ ਨਾਲ ਅਸੀਂ ਵਰਬ ਦੇ ਨਾਲ ਕੀ ਲਗਾਵਾਂਗੇ, ਐਸ ਜਾਂ ਈਐਸ। ਜਿਸ ਤਰ੍ਹਾਂ ਹੀ ਵਰਕਸ ਐਵਰੀ ਡੇ, ਸ਼ੀ ਵਰਕਸ ਐਵਰੀ ਡੇ, ਇਟ ਵਰਕਸ ਐਵਰੀ ਡੇ, ਮਾਈ ਬ੍ਰਦਰ ਵਰਕਸ ਐਵਰੀ ਡੇ। ਤੁਸੀਂ ਕੁਝ ਵੀ ਲਿਖ ਸਕਦੇ ਹੋ, ਵਰਕਸ ਦੇ ਨੀਚੇ ਪਲੇਜ਼ ਲਿਖ ਸਕਦੇ ਹੋ, ਰੀਡਸ ਲਿਖ ਸਕਦੇ ਹੋ, ਰਾਈਟਸ ਲਿਖ ਸਕਦੇ ਹੋ, ਠੀਕ ਹੈ। ਇਸੇ ਤਰ੍ਹਾਂ ਨੀਚੇ ਹੋਰ ਐਗਜ਼ਾਮਪਲਸ ਦਿੱਤੀਆਂ, ਹੀ ਡਰਾਈਵਸ ਟੂ ਵਰਕ, ਉਹ ਗੱਡੀ ਚਲਾਉਂਦਾ ਹੋਇਆ ਕੰਮ ਤੇ ਜਾਂਦਾ ਹੈ। ਸ਼ੀ ਵਰਕਸ ਇਨ ਐਨ ਆਫਿਸ, ਉਹ ਇੱਕ ਆਫਿਸ 'ਚ ਕੰਮ ਕਰਦੀ ਹੈ। ਦ ਬੈਂਕ ਓਪਨਸ ਐਟ 9 AM, ਬੈਂਕ 9 ਵਜੇ ਓਪਨ ਹੁੰਦਾ ਹੈ। We do not use be verb with the main verb in the simple present tense. So be verb ਕਿਹੜੇ ਹੁੰਦੇ ਹਨ, helping verb, ਜਿਸ ਤਰ੍ਹਾਂ is, am, are, ਠੀਕ ਹੈ। ਸੋ ਆਪਾਂ is, am, are ਦੀ ਵਰਤੋਂ simple present tense ਵਿੱਚ ਨਹੀਂ ਕਰਦੇ। ਜਿਸ ਤਰ੍ਹਾਂ he works at a bank, ਉਹ ਬੈਂਕ ਵਿੱਚ ਕੰਮ ਕਰਦਾ ਹੈ। ਆਪਾਂ ਇਹ ਨਹੀਂ ਲਿਖਾਂਗੇ he is work at a bank, ਠੀਕ ਹੈ। Activity 6, underline the correct form of the verb to complete each sentence. ਆਪਾਂ ਹੁਣ ਹਰ ਸੈਂਟੈਂਸ ਨੂੰ ਕੰਪਲੀਟ ਕਰਨ ਲਈ ਅੰਡਰਲਾਈਨ ਕਰਾਂਗੇ correct form of the verb ਨੂੰ। ਫਸਟ, ਪ੍ਰਿਆ ਲਵ, ਹੁਣ ਪ੍ਰਿਆ ਥਰਡ ਪਰਸਨ ਹੈ, ਇਹਦੇ ਨਾਲ ਕੀ ਆਏਗਾ, loves her work। ਸੈਕਿੰਡ, he ਵੀ ਕੌਣ ਹੈ, ਥਰਡ ਪਰਸਨ, ਯਾਨੀ ਮੈਂ ਵੀ ਨਹੀਂ ਆ, I, you ਤੂੰ ਵੀ ਨਹੀਂ ਹੈ, ਉਹ ਹੈ ਹਨਾ ਤੀਸਰਾ। ਸੋ he studies ਆਏਗਾ, ਠੀਕ ਹੈ, ਇਹ ਨਾਲ y ਕੱਟ ਕੇ IES ਲੱਗ ਜਾਏਗਾ। he studies agriculture, ਉਹ ਖੇਤੀਬਾੜੀ ਦੀ ਪੜ੍ਹਾਈ ਕਰਦਾ ਹੈ। a salesperson, ਹੁਣ salesperson ਵੀ ਤੀਸਰਾ ਬੰਦਾ ਹੋ ਗਿਆ, sells products for a company। ਸੁਨੀਤਾ, ਇਹ ਵੀ ਥਰਡ ਪਰਸਨ ਹੋ ਗਈ, ਸੁਨੀਤਾ works in a bank। nurses ਜ਼ਿਆਦਾ ਜਣੇ ਹੋ ਗਏ ਹਨਾ, ਇਹ ਆਊਗਾ help people। ਸਿਕਸਥ, we ਜ਼ਿਆਦਾ ਜਣੇ, ਅਸੀਂ ਹਨਾ, ਕਿਉਂਕਿ ਇਹ ਸਿੰਗੂਲਰ ਨਹੀਂ ਹੈ, ਪਲੂਰਲ ਹੈ, ਇਸ ਕਰਕੇ SES verb ਦੇ ਨਾਲ ਨਹੀਂ ਲੱਗੇਗਾ। we write English books। seventh, your office closes at 5 PM। she teaches in a school। I walk to work every day। I start work at 8 AM every morning। next, present continuous। ਸੋ ਹੁਣ ਆਪਾਂ ਇਹੋ ਜਿਹਾ ਟੈਂਸ ਕਰਾਂਗੇ ਜੋ ਹੈ ਤਾਂ ਵਰਤਮਾਨ, ਭਾਵ ਹੈ ਤਾਂ ਪ੍ਰੈਜ਼ੈਂਟ ਤੇ ਉਹ ਨਾਲ ਕੀ ਹੈ, ਕੰਟੀਨਿਊਸ ਵੀ ਹੈ, ਭਾਵ ਜੋ ਉਹਦੇ ਵਿੱਚ ਕੰਮ ਦਾ ਜ਼ਿਕਰ ਕੀਤਾ ਗਿਆ ਉਹ ਉਸ ਵੇਲੇ ਵੀ ਹੋ ਰਿਹਾ ਹੈ। It is used to express an action going on at the time of speaking। ਕਿ ਇਹ ਟੈਂਸ ਉਦੋਂ ਵਰਤਿਆ ਜਾਂਦਾ ਹੈ ਜਦੋਂ ਉਹ ਸੈਂਟੈਂਸ ਬੋਲਿਆ ਜਾ ਰਿਹਾ ਹੋਵੇ ਤਾਂ ਉਸ ਵੇਲੇ ਵੀ ਉਹ ਕੰਮ ਹੋ ਰਿਹਾ ਹੋਵੇ। It is often associated with adverbs and adverb phrases of present time। ਸੋ phrases ਤੋਂ ਭਾਵ ਦੋ ਜਾਂ ਦੋ ਤੋਂ ਜ਼ਿਆਦਾ ਸਾਰਥਕ ਸ਼ਬਦਾਂ ਦਾ ਸਮੂਹ। ਸੋ ਅਕਸਰ ਇਸ ਟੈਂਸ ਦੇ ਸੈਂਟੈਂਸਿਸ ਦੇ ਵਿੱਚ ਐਡਵਰਬ ਜਾਂ ਐਡਵਰਬ ਫਰੇਜ਼ਿਸ ਦੀ ਵਰਤੋਂ ਆਮ ਕੀਤੀ ਜਾਂਦੀ ਹੈ, ਸੱਚ ਐਜ਼ ਨਾਓ, ਐਟ ਪ੍ਰੈਜ਼ੈਂਟ, ਐਟ ਦਿਸ ਮੋਮੈਂਟ ਐਟਸੈਟਰਾ, ਜਿਵੇਂ ਕਿ ਹੁਣ, ਇਸ ਵੇਲੇ, ਇਸੇ ਹੀ ਪਲ ਆਦਿ। ਫॉर एग्जाम्पल आओ उदाहरण देखिए। What are you doing now? तू ਹੁਣ ਕੀ ਕਰ ਰਿਹਾ ਹੈ। मोहन is singing a song now। मोहन ਹੁਣ ਇੱਕ ਗਾਣਾ ਗਾ ਰਿਹਾ ਹੈ। This tense is sometimes used to mark an action that will happen in the future। ਕਈ ਵਾਰ ਇਸ tense ਦੀ ਵਰਤੋਂ future ਦੇ ਕਿਸੇ ਕੰਮ ਨੂੰ ਸ਼ੋ ਕਰਨ ਲਈ ਵੀ ਹੁੰਦੀ ਹੈ। For example, ਉਦਾਹਰਨ ਦੇ ਤੌਰ ਤੇ we are leaving for London tomorrow। ਕਿ ਅਸੀਂ ਕੱਲ ਲੰਡਨ ਲਈ ਰਵਾਨਾ ਹੋ ਰਹੇ ਹਾਂ। She is coming to meet me next week। ਉਹ ਮੈਨੂੰ ਮਿਲਣ ਲਈ ਅਗਲੇ ਹਫਤੇ ਆ ਰਹੀ ਹੈ।
Activity 7, fill in the blanks with the correct form of the verb present continuous or present simple। ਹੁਣ ਨੀਚੇ ਕੁਝ blanks ਦਿੱਤੀਆਂ ਹੋਈਆਂ ਹਨ ਜਿਹਦੇ ਵਿੱਚ ਅਸੀਂ ਠੀਕ tense ਦੀ ਭਾਵ present continuous ਜਾਂ present simple ਦੀ ਵਰਤੋਂ ਕਰਨੀ ਹੈ। Let's start. So first ਆਏਗਾ I do not belong to Delhi। Second, hurry, the bus is coming। Seema is a vegetarian, she does not eat meat। I am looking for a maid। Jayati is eating oranges। At the moment we are making a video of the party। Seventh, I know what Mr. Sharma wants to buy। Eighth, I am applying for a job in a school but I don't know if I will be successful। Ninth, Vanita is doing some research in the library। Tenth, she always remembers my birthday। 11th, Mr. Brown works in a supermarket। Look, it is snowing। 13th, do you know Helen? 14th, look, the woman is trying to steal that man's wallet। 15th, the Ganges flows into the Bay of Bengal। Next, present perfect. This tense is used to express an action that has just been completed। Present perfect tense ਦੀ ਵਰਤੋਂ ਉੱਥੇ ਕੀਤੀ ਜਾਂਦੀ ਹੈ ਜਦੋਂ ਅਸੀਂ ਕਿਸੇ ਅਜਿਹੇ ਕੰਮ ਬਾਰੇ ਦੱਸਣਾ ਹੋਵੇ ਜਿਹੜਾ ਹੁਣੇ-ਹੁਣੇ ਪੂਰਾ ਹੋਇਆ ਹੋਵੇ। For example, the sun has set ਕਿ ਸੂਰਜ ਛਿਪ ਚੁੱਕਾ ਹੈ। We have just arrived, ਅਸੀਂ ਹੁਣੇ-ਹੁਣੇ ਹੀ ਪਹੁੰਚੇ ਹਾਂ। Second, to express a past action, the results of which still continue। ਤੇ ਜਦੋਂ ਅਸੀਂ ਕੋਈ ਪਾਸਟ ਵਿੱਚ ਕੀਤੇ ਹੋਏ ਕੰਮ ਦੀ ਗੱਲ ਕਰਨੀ ਹੋਵੇ ਜਿਹਦੇ ਰਿਜ਼ਲਟਸ ਹਜੇ ਵੀ ਸਾਨੂੰ ਮਿਲਦੇ ਹੋਣ ਤਾਂ ਉਦੋਂ ਵੀ ਪ੍ਰੈਜ਼ੈਂਟ ਪਰਫੈਕਟ ਦੀ ਵਰਤੋਂ ਕੀਤੀ ਜਾਂਦੀ ਹੈ। ਫੋਰ ਐਗਜ਼ਾਮਪਲ, I have lived in Mumbai for 10 years ਕਿ ਮੈਂ ਮੁੰਬਈ ਰਹਿੰਦਾ ਹਾਂ ਪਿਛਲੇ 10 ਸਾਲਾਂ ਤੋਂ। The speaker is still living in Mumbai। ਭਾਵੇਂ ਗੱਲ ਕਰਨ ਵਾਲਾ ਪਿਛਲੇ 10 ਸਾਲ ਦਾ ਸਮਾਂ ਮੁੰਬਈ ਵਿੱਚ ਰਹਿਣ ਦਾ ਪੂਰਾ ਕਰ ਚੁੱਕਾ ਹੈ ਪਰ ਉਹ ਹਜੇ ਵੀ ਮੁੰਬਈ ਵਿੱਚ ਹੀ ਰਹਿ ਰਿਹਾ ਹੈ। We have known each other, ਅਸੀਂ ਇੱਕ ਦੂਜੇ ਨੂੰ ਜਾਣਦੇ ਹਾਂ। For the past 2 years, ਪਿਛਲੇ 2 ਸਾਲਾਂ ਤੋਂ। To express a future perfect when such words as when, before, as soon as, till, after are used before it। ਤੇ present perfect ਦੀ ਵਰਤੋਂ future perfect ਨੂੰ express ਕਰਨ ਲਈ ਵੀ ਹੁੰਦੀ ਹੈ। ਭਾਵ ਫਿਊਚਰ ਵਿੱਚ ਹੋਣ ਵਾਲੇ ਕੰਮ ਨੂੰ ਵੀ ਅਸੀਂ ਇਸ ਸੈਂਟੈਂਸ ਦੁਆਰਾ ਐਕਸਪ੍ਰੈਸ ਕਰ ਸਕਦੇ ਹਾਂ। ਕਿਸ ਤਰ੍ਹਾਂ? I shall go there, ਮੈਂ ਉੱਥੇ ਜਾਵਾਂਗਾ। After ਕਿ ਕਦੋਂ ਜਾਵਾਂਗਾ? ਇਹ ਵਾਲਾ ਕੰਮ ਕਰਨ ਤੋਂ ਬਾਅਦ। After I have done my work ਕਿ ਜਦੋਂ ਮੈਂ ਕੰਮ ਪੂਰਾ ਕਰ ਲਵਾਂਗਾ ਉਦੋਂ ਮੈਂ ਉੱਥੇ ਜਾਵਾਂਗਾ। ਸੋ ਇਹਦੀ ਜਗ੍ਹਾ ਤੁਸੀਂ as soon as I finish my work ਇਹ ਵੀ ਬੋਲ ਸਕਦੇ ਹੋ। Present perfect continuous, ਹੁਣ ਇਹੋ ਜਿਹਾ ਟੈਂਸ ਜੋ ਪ੍ਰੈਜ਼ੈਂਟ ਵੀ ਹੋਵੇ ਤੇ ਉਹਦੇ ਵਿੱਚ ਕੰਮ ਪੂਰਾ ਵੀ ਹੋ ਚੁੱਕਿਆ ਹੋਵੇ ਪਰ ਉਹ ਹਜੇ ਖਤਮ ਨਾ ਹੋਇਆ ਹੋਵੇ ਬਲਕਿ ਕੰਟੀਨਿਊਟੀ 'ਚ ਹੋਵੇ, ਚੱਲ ਵੀ ਰਿਹਾ ਹੋਵੇ। ਇਟ ਸ਼ੋਜ਼ ਦਾ ਐਕਸ਼ਨ ਦੈਟ ਬਿਗਨ ਇਨ ਦ ਪਾਸਟ। ਇਹ ਟੈਂਸ ਉਹ ਵਾਲਾ ਕੀਤਾ ਹੋਇਆ ਕੰਮ ਦਿਖਾਉਂਦਾ ਹੈ ਜੋ ਪਾਸਟ ਵਿੱਚ ਸ਼ੁਰੂ ਹੋ ਚੁੱਕਾ ਐਂਡ ਇਜ਼ ਕੰਟੀਨਿਊਇੰਗ ਅਪ ਟੂ ਦ ਪ੍ਰੈਜ਼ੈਂਟ ਟਾਈਮ ਤੇ ਉਹ ਹੁਣ ਤੱਕ ਵੀ ਚੱਲ ਰਿਹਾ ਹੈ। ਫੋਰ ਐਗਜ਼ਾਮਪਲ, I have been standing here for 2 hours, ਮੈਂ ਇੱਥੇ 2 ਘੰਟਿਆਂ ਤੋਂ ਖੜਾ ਹਾਂ। It has been raining since morning, ਸਵੇਰ ਤੋਂ ਬਾਰਿਸ਼ ਹੋ ਰਹੀ ਹੈ। Note, in the present perfect continuous tense, since and for are used to indicate point of time and period of time respectively। respectively ਹੁੰਦਾ ਕਰਮਵਾਰ ਕਿ present perfect continuous tense ਵਿੱਚ since ਅਤੇ for ਦੀ ਵਰਤੋਂ ਸਮੇਂ ਨੂੰ ਦਰਸਾਉਣ ਲਈ ਕੀਤੀ ਜਾਂਦੀ ਹੈ। For example, we have been living here since 1955, ਅਸੀਂ ਇੱਥੇ 1955 ਤੋਂ ਰਹਿ ਰਹੇ ਹਾਂ। Meena has been dancing since morning, ਮੀਨਾ ਸਵੇਰ ਤੋਂ ਡਾਂਸ ਕਰ ਰਹੀ ਹੈ। The girls have been playing for 3 hours, ਲੜਕੀਆਂ 3 ਘੰਟੇ ਤੋਂ ਖੇਡ ਰਹੀਆਂ ਹਨ। It has been snowing for 2 hours, 2 ਘੰਟੇ ਤੋਂ ਬਰਫ਼ਬਾਰੀ ਹੋ ਰਹੀ ਹੈ। Activity 8, fill in the blanks with the present perfect or present perfect continuous forms of the verbs given in the brackets। ਸੋ ਹੇਠਾਂ ਕੁਝ blanks ਦਿੱਤੀਆਂ ਹੋਈਆਂ ਉਹਨਾਂ ਨੂੰ ਅਸੀਂ fill ਕਰਨਾ ਹੈ present perfect ਵਿੱਚ ਜਾਂ present perfect continuous ਵਿੱਚ। First, someone has broken the window। Second, Rita has lost her pen। C, we have won many medals। D,
I have been searching for a house for 2 months. E. The train has just arrived at the platform. F. Has he grown a beard? Have you read the Gita? I have not visited my uncle for months. She has been to Paris twice. We have already had our breakfast. Activity 9. Your teacher will tell you a story. ਤੁਹਾਡੇ ਅਧਿਆਪਕ ਤੁਹਾਨੂੰ ਇੱਕ ਕਹਾਣੀ ਸੁਣਾਉਣਗੇ. Listen to it carefully. ਉਸ ਨੂੰ ਧਿਆਨ ਨਾਲ ਸੁਣਨਾ and fill in the blanks with the words from the story. ਅਤੇ ਕਹਾਣੀ ਨੂੰ ਸੁਣਦੇ ਹੇਠਾਂ ਦਿੱਤੀਆਂ ਹੋਈਆਂ ਬਲੈਂਕਸ ਨੂੰ ਫਿਲ ਕਰਨਾ ਹੈ, ਖਾਲੀ ਥਾਵਾਂ ਨੂੰ ਭਰਨਾ ਹੈ. For the last paragraph you will write all the words. ਆਖਰੀ ਪੈਰਾਗ੍ਰਾਫ ਲਈ ਤੁਸੀਂ ਉਹ ਸਾਰੇ words ਲਿਖੋਗੇ. The teacher will read the passage twice. ਅਧਿਆਪਕ ਉਹ ਪੈਰਾ 2 ਵਾਰ ਪੜ੍ਹੇਗਾ and the last part of the story will be read 3 times. ਅਤੇ ਉਸ ਕਹਾਣੀ ਦਾ ਲਾਸਟ ਪਾਰਟ 3 ਵਾਰ ਪੜ੍ਹਿਆ ਜਾਏਗਾ. ਸੋ ਇਹ ਸਟੋਰੀ ਕਿੱਥੇ ਲਿਖੀ ਹੋਈ ਹੈ? ਪੇਜ ਨੰਬਰ 167 ਤੇ. ਓਕੇ, ਹੁਣ ਮੈਂ ਉਹ ਸਟੋਰੀ ਪੜ੍ਹਦਾ ਤੇ ਨਾਲ ਅਸੀਂ ਉਸ ਸਟੋਰੀ ਦੇ ਵਿੱਚ ਆਏ ਹੋਏ ਵਰਡਸ ਇਹਨਾਂ ਬਲੈਂਕਸ ਵਿੱਚ ਫਿਲ ਕਰਾਂਗੇ. ਲੈਟਸ ਸਟਾਰਟ. Once upon a time there was a shepherd who bought a flock of sheep. He also had a dog who helped him to control his sheep. When the sheep grew up a little, the shepherd realized that these sheep just would not stop bleating. All day long the sheep bleated baa baa. What a deafening sound they made, and they just ignored the shepherd's commands. He used all the means he could to get the sheep to listen to him and to his dog, but the sheep didn't care. Finally, seeing as the sheep would not stop bleating, the shepherd decided to at least have some fun with it. He bought an enormous ear and transported it out to his fields on the back of his wagon. Surprisingly, on seeing the ear, they all stopped bleating to each other and began telling the ear all their woes and complaints. When the shepherd drove his wagon, the sheep would even follow him about, just so that they could carry on talking to the ear. And so it was that the shepherd understood that even sheep have something to say and just want to be listened to. Next, activity 10. Take a currency note of any value. ਕਿਸੇ ਵੀ ਕੀਮਤ ਦੇ ਨੋਟ ਲਵੋ, ਚਾਹੇ ਉਹ 10 ਦੇ ਹੋਣ, 100 ਦੇ ਹੋਣ. Describe the currency note to your partner. ਅਤੇ ਉਹਨਾਂ ਨੋਟਾਂ ਬਾਰੇ ਆਪਣੇ ਪਾਰਟਨਰ ਨੂੰ ਦੱਸੋ. You must talk about various things that are there on the note and their color, size, number, location, where on the note, etc. ਸੋ ਇਸ ਐਕਟੀਵਿਟੀ ਵਿੱਚ ਤੁਸੀਂ ਨੋਟ ਬਾਰੇ ਕਾਫੀ ਗੱਲਾਂ ਕਰੋਗੇ, ਜਿਸ ਤਰ੍ਹਾਂ ਉਸ ਦਾ ਕਲਰ ਕੀ ਹੈ, ਸਾਈਜ਼ ਕੀ ਹੈ, ਨੰਬਰ ਕੀ ਹੈ ਤੇ ਇਸ ਨੋਟ ਉੱਤੇ ਕਿਹੜੀ ਚੀਜ਼ ਕਿਹੜੀ ਜਗ੍ਹਾ ਤੇ ਹੈ. Your partner will write or draw all the items that you describe on the currency note. ਤੁਹਾਡਾ ਸਾਥੀ ਤੁਹਾਡੇ ਦੁਆਰਾ ਦੱਸੀਆਂ ਗਈਆਂ ਉਸ ਨੋਟ ਦੇ ਪ੍ਰਤੀ ਗੱਲਾਂ ਨੂੰ ਜਾਂ ਤਾਂ ਡਰਾ ਕਰੇਗਾ ਜਾਂ ਲਿਖੇਗਾ. You will take turns in describing. ਇਸ ਤਰ੍ਹਾਂ ਤੁਸੀਂ ਵਾਰੀਆਂ ਦੀ ਵੰਡ ਕਰ ਸਕਦੇ ਹੋ, ਭਾਵ ਇੱਕ ਵਾਰੀ ਉਸ ਨੋਟ ਨੂੰ ਇੱਕ ਜਣਾ ਡਿਸਕ੍ਰਾਈਬ ਕਰੇ ਤੇ ਦੂਸਰੀ ਵਾਰੀ ਦੂਸਰਾ. The teacher will look at the notes made by your partner. ਅਧਿਆਪਕ ਤੁਹਾਡੇ ਸਾਥੀ ਦੁਆਰਾ ਬਣਾਏ ਹੋਏ ਨੋਟਾਂ ਨੂੰ ਦੇਖੇਗਾ. Whether the description matches with the drawing writing. ਉਹ ਇਹ ਦੇਖੇਗਾ ਕਿ ਜੋ ਨੋਟ ਬਾਰੇ ਡਿਸਕ੍ਰਾਈਬ ਕੀਤਾ ਗਿਆ, ਉਹਦਾ ਵਰਣਨ ਕੀਤਾ ਗਿਆ, ਕਿ ਉਸ ਤਰ੍ਹਾਂ ਦੀ ਡਰਾਇੰਗ ਕੀਤੀ ਗਈ, ਕਿ ਉਸ ਤਰ੍ਹਾਂ ਦਾ ਲਿਖਿਆ ਗਿਆ. ਕਰੰਸੀ ਨੋਟ ਦੇ ਅੱਗੇ ਤੁਸੀਂ ਲਿਖ ਦੇਣਾ ਕਿ ਅਸੀਂ ਕਿਹੜਾ ਕਰੰਸੀ ਨੋਟ ਡਿਸਕ੍ਰਾਈਬ ਕਰਨ ਜਾ ਰਹੇ ਹਾਂ ਆਪਣੇ ਪਾਰਟਨਰ ਦੇ ਨਾਲ. Activity 11. Look at the picture below. The pictures are in a sequence. Work together and write a short story based on the pictures. ਹੁਣ ਹੇਠਾਂ 4 ਪਿਕਚਰਸ ਦਿੱਤੀਆਂ ਗਈਆਂ ਹਨ. ਇਹ ਸਾਰੀਆਂ ਸੀਕੁਐਂਸ ਵਿੱਚ ਹਨ. ਤੁਸੀਂ ਇਸ ਸੀਕੁਐਂਸ ਨੂੰ ਸਮਝਣਾ ਹੈ ਅਤੇ ਆਪਣੀ ਕ੍ਰੀਏਟੀਵਿਟੀ ਦੇ ਨਾਲ ਇੱਕ ਮਿੰਨੀ ਕਹਾਣੀ ਲਿਖਣ ਦੀ ਕੋਸ਼ਿਸ਼ ਕਰਨੀ ਹੈ ਇਹਨਾਂ ਤਸਵੀਰਾਂ ਦੇ ਉੱਤੇ.
ਸੋ ਹੇਠਾਂ ਦਿੱਤੀਆਂ ਪਿਕਚਰਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬਾਹਰ ਸਨੋਫਾਲ ਹੋ ਰਹੀ ਹੈ। ਇੱਕ ਛੋਟੀ ਬੇਟੀ ਆਪਣੇ ਪਿਤਾ ਨੂੰ ਕਹਿ ਰਹੀ ਹੈ ਕਿ ਸਨੋਫਾਲ ਕਰਕੇ ਚਿੜੀਆਂ ਦਾ ਸਰਵਾਈਵ ਕਰਨਾ ਕਿੰਨਾ ਔਖਾ ਹੈ। ਸੋ ਉਸ ਤੋਂ ਬਾਅਦ ਦੂਸਰੀ ਤਸਵੀਰ ਵਿੱਚ ਉਹਨਾਂ ਚਿੜੀਆਂ ਵਾਸਤੇ ਵੁਡਨ ਹਾਊਸ ਤਿਆਰ ਕਰਨਾ ਸ਼ੁਰੂ ਕਰ ਦਿੰਦੇ ਹਨ। ਤੀਸਰੀ ਤਸਵੀਰ ਵਿੱਚ ਉਹ ਤਿਆਰ ਹੋ ਜਾਂਦਾ ਤੇ ਉਸ ਨੂੰ ਕਲਰ ਕਰ ਰਹੇ ਹੁੰਦੇ ਹਨ ਤੇ ਚੌਥੀ ਤਸਵੀਰ ਦੇ ਵਿੱਚ ਉਹ ਉਸ ਨੂੰ ਬਾਹਰ ਪਲੇਸ ਕਰ ਦਿੰਦੇ ਹਨ ਜਿਹਦੇ ਨਾਲ ਕਿ ਉਹ ਸਰਵਾਈਵ ਕਰ ਸਕਣ। ਸੋ ਇਸ ਸਾਰੀ ਸਟੋਰੀ ਨੂੰ ਤੁਸੀਂ ਇਦਾਂ ਵੀ ਲਿਖ ਸਕਦੇ ਹੋ। ਨੈਕਸਟ, ਲਰਨਿੰਗ ਟੂ ਯੂਜ਼ ਅ ਲੈਂਗੁਏਜ। ਇਹ ਵੀ ਪੇਅਰ ਵਰਕ ਹੈ, ਭਾਵ ਤੁਸੀਂ ਆਪਣੇ ਸਾਥੀ ਦੇ ਨਾਲ ਭਾਸ਼ਾ ਨੂੰ ਵਰਤਣਾ ਸਿੱਖਣਾ ਹੈ। ਰੀਡ ਦਾ ਫੋਲੋਇੰਗ ਪੋਸਟਰ ਵੈਰੀ ਕੇਅਰਫੁਲੀ। ਹੇਠਾਂ ਦਿੱਤੇ ਹੋਏ ਪੋਸਟਰ ਨੂੰ ਧਿਆਨ ਨਾਲ ਪੜ੍ਹੋ। ਦੋ ਹੈਡਿੰਗ ਨੇ ਉੱਪਰ, ਇੱਕ ਇਨਫੋਰਮਲ, ਦੂਸਰਾ ਫਾਰਮਲ। ਇਨਫੋਰਮਲ ਹੁੰਦਾ ਅਣਰਸਮੀ, ਫਾਰਮਲ ਹੁੰਦਾ ਰਸਮੀ। ਭਾਵ ਜਦੋਂ ਅਸੀਂ ਕਿਸੇ ਦੋਸਤ, ਮਿੱਤਰ, ਰਿਸ਼ਤੇਦਾਰ ਨਾਲ ਜਿੱਥੇ ਕੋਈ ਫਾਰਮੈਲਿਟੀ ਨਹੀਂ ਹੁੰਦੀ, ਉਹਨਾਂ ਨਾਲ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਤਾਂ ਕਿਹੋ ਜਿਹੇ ਸੈਂਟੈਂਸਸ ਵਰਤਦੇ ਹਾਂ। ਤੇ ਫਾਰਮਲ ਜਿੱਥੇ ਫਾਰਮੈਲਿਟੀ ਹੁੰਦੀ ਹੈ, ਜਿਵੇਂ ਵੱਡਿਆਂ ਨਾਲ ਗੱਲ ਕਰਨ ਵਿੱਚ, ਕਿਸੇ ਟੀਚਰ ਨਾਲ ਗੱਲ ਕਰਨ ਵਿੱਚ, ਪ੍ਰਿੰਸੀਪਲ ਨਾਲ ਗੱਲ ਕਰਨ ਵਿੱਚ, ਕਿਸੇ ਆਫੀਸਰ ਨਾਲ ਗੱਲ ਕਰਨ ਵਿੱਚ, ਜਿੱਥੇ ਅਸੀਂ ਆਪਣੀ ਥੋੜੀ ਤਹਿਜ਼ੀਬ ਦਿਖਾਣੀ ਹੁੰਦੀ ਹੈ, ਉਹਨੂੰ ਆਪਾਂ ਕਹਿੰਦੇ ਹਾਂ ਫਾਰਮਲ। ਸੋ ਆਪਾਂ ਇਹਦਾ ਕੰਪੈਰੀਜ਼ਨ ਕਰਦੇ ਹਾਂ। ਸੋ ਪਹਿਲਾ ਹੈ wanna come over for dinner tonight। ਸੋ ਭਾਵ ਤੇ ਇਨਫਾਰਮਲ ਵੇ ਨਾਲ, ਬਿਨਾਂ ਕਿਸੇ ਫਾਰਮੈਲਿਟੀ ਦੇ ਪੁੱਛਿਆ ਜਾ ਰਿਹਾ ਕਿ ਕੀ ਤੁਸੀਂ ਅੱਜ ਰਾਤ ਡਿਨਰ ਲਈ ਆਓਗੇ। ਪਰ ਜੇ ਇਹੀ ਚੀਜ਼ ਫਾਰਮਲ ਢੰਗ ਨਾਲ ਪੁੱਛਣੀ ਹੋਵੇ ਆਪਾਂ ਕਹਾਂਗੇ would you like to come over for dinner tonight। okay, second, how about coming over for dinner tonight। ਸੋ ਇਹ ਵੀ ਸੇਮ ਮੀਨਿੰਗ ਹੈ, ਪਰ ਜੇ ਇਹਨੂੰ ਫਾਰਮਲ ਤਰੀਕੇ ਨਾਲ ਪੁੱਛਣਾ ਹੋਵੇ would you care to join us for dinner at our house tonight। ਸੋ ਇੱਕ ਤੀਜਾ ਢੰਗ ਹੈ ਇਨਫਾਰਮਲ ਵੇ ਦੇ ਨਾਲ, care to come over for dinner tonight। ਤੇ ਤੀਸਰਾ ਹੀ ਢੰਗ ਫਾਰਮਲ ਵੇ ਦੇ ਨਾਲ ਕੀ ਹੈ, we'd be delighted to have you over for dinner tonight। ਕਿ ਸਾਨੂੰ ਤੁਹਾਨੂੰ ਇੱਥੇ ਡਿਨਰ ਤੇ ਬੁਲਾ ਕੇ ਬਹੁਤ ਖੁਸ਼ੀ ਹੋਵੇਗੀ। ਸੋ ਇਹ ਤਾਂ ਸੀ ਜਦੋਂ ਤੁਹਾਨੂੰ ਕੋਈ ਬੁਲਾ ਰਿਹਾ ਹੈ। ਇਸੇ ਤਰ੍ਹਾਂ ਜਦੋਂ ਤੁਸੀਂ ਉਹਦੀ ਇਨਵੀਟੇਸ਼ਨ ਨੂੰ ਐਕਸੈਪਟ ਕਰਨਾ ਹੈ, ਸਵੀਕਾਰ ਕਰਨਾ ਹੈ, ਤਾਂ ਉਹ ਦੋ ਤਰੀਕਿਆਂ ਨਾਲ ਕਰ ਸਕਦੇ ਹੋ, ਇੱਕ ਇਨਫਾਰਮਲ ਵੇ ਦੇ ਨਾਲ, ਇੱਕ ਫਾਰਮਲ ਵੇ ਦੇ ਨਾਲ। ਸੋ ਇਹ ਵੀ ਕੰਪੈਰੀਜ਼ਨ ਨਾਲ ਕੀਤਾ ਗਿਆ ਹੈ, ਇਨਫਾਰਮਲ ਫਿਰ ਫਾਰਮਲ। ਇਨਫਾਰਮਲ ਕੀ ਹੈ, ਸ਼ੋ ਵਾਟ ਟਾਈਮ, ਹਾਂ ਜ਼ਰੂਰ, ਕਿਹੜੇ ਟਾਈਮ ਆਵਾਂ। ਤੇ ਫਾਰਮਲ ਵੇ ਨਾਲ ਕਿਵੇਂ ਕਹਾਂਗੇ, ਥੈਂਕ ਯੂ, ਆਈ ਵੁੱਡ ਲਵ ਟੂ, ਵੁੱਡ ਯੂ ਲਾਈਕ ਮੀ ਟੂ ਬ੍ਰਿੰਗ ਐਨੀਥਿੰਗ, ਕਿ ਕੀ ਤੁਸੀਂ ਪਸੰਦ ਕਰੋਗੇ ਜੇ ਮੈਂ ਨਾਲ ਕੁਝ ਲੈ ਕੇ ਵੀ ਆ ਜਾਵਾਂ। ਸੋ ਸੈਕਿੰਡ ਵੇ ਕੀ ਹੈ, ਜਦੋਂ ਤੁਸੀਂ ਕਿਸੇ ਦੇ ਖਾਣੇ ਦੀ ਇਨਵੀਟੇਸ਼ਨ ਨੂੰ ਐਕਸੈਪਟ ਕਰਨਾ, ਵਾਈ ਨਾਟ, ਵੈਨ ਡੂ ਯੂ ਵਾਂਟ ਮੀ ਟੂ ਬੀ ਦੇਅਰ, ਤੂੰ ਕਦੋਂ ਚਾਹੁੰਦਾ ਹੈ ਕਿ ਮੈਂ ਉੱਥੇ ਆਵਾਂ। ਤੇ ਫਾਰਮਲ ਢੰਗ ਕੀ ਹੈ, ਥੈਂਕ ਯੂ ਵੈਰੀ ਮਚ, ਆਈ ਵੁੱਡ ਬੀ ਡਿਲਾਈਟਡ ਟੂ, ਵਾਟ ਟਾਈਮ ਸ਼ੁਡ ਆਈ ਬੀ ਦੇਅਰ। ਥਰਡ, ਯੈਸ, ਵਾਂਟ ਮੀ ਟੂ ਬ੍ਰਿੰਗ ਸਮਥਿੰਗ, ਕਿ ਤੂੰ ਚਾਹੁੰਦਾ ਮੈਂ ਕੁਝ ਲੈ ਕੇ ਆਵਾਂ। ਤੇ ਇਹੀ ਇਨਫਾਰਮਲ, ਓ ਸਰਟਨਲੀ, ਥੈਂਕ ਯੂ, ਡੂ ਆਈ ਨੀਡ ਟੂ ਬ੍ਰਿੰਗ ਸਮਥਿੰਗ, ਹਾਂ ਜ਼ਰੂਰ, ਕਿ ਮੈਂ ਕੁਝ ਲੈ ਕੇ ਵੀ ਆਵਾਂ। ਨੈਕਸਟ, ਡਿਕਲਾਈਨਿੰਗ ਐਨ ਇਨਵੀਟੇਸ਼ਨ। ਤੇ ਮੰਨ ਲਓ ਜੇ ਤੁਸੀਂ ਉਸ ਇਨਵੀਟੇਸ਼ਨ ਨੂੰ ਡਿਕਲਾਈਨ ਕਰਨਾ ਹੋਵੇ, ਮਨਾ ਕਰਨਾ ਹੋਵੇ, ਤਾਂ ਇਨਫਾਰਮਲ ਵੇ ਨਾਲ ਕਿਸ ਤਰ੍ਹਾਂ ਕਰੋਗੇ, ਆਈ ਕਾਂਟ, ਆਈ ਹੈਵ ਟੂ ਵਰਕ, ਮੈਂ ਨਹੀਂ ਆ ਸਕਦਾ, ਮੈਨੂੰ ਕੋਈ ਕੰਮ ਹੈ। ਤੇ ਫਾਰਮਲ ਵੇ ਨਾਲ, ਆਈ ਵੁੱਡ ਲਵ ਟੂ, ਮੈਂ ਜ਼ਰੂਰ ਪਸੰਦ ਕਰਦਾ ਆਣਾ, ਬਟ ਆਈ ਐਮ ਅਫਰੇਡ ਆਈ ਮਸਟ ਬਿਜ਼ੀ ਟੂਨਾਈਟ, ਪਰ ਮੈਨੂੰ ਡਰ ਹੈ ਕਿ ਮੈਂ ਉਸ ਟਾਈਮ ਬਿਜ਼ੀ ਹੋਵਾਂਗਾ। ਤੇ ਸੈਕਿੰਡ ਇਨਫਾਰਮਲ ਵੇ ਕੀ ਹੈ, ਟੂਨਾਈਟਸ ਨੋ ਗੁੱਡ, ਆਈ ਹੈਵ ਐਨ ਅਪਾਇੰਟਮੈਂਟ, ਅੱਜ ਰਾਤ ਨਹੀਂ ਠੀਕ, ਮੈਨੂੰ ਕਿਤੇ ਕੰਮ ਹੈ। ਤੇ ਫਾਰਮਲ ਵੇ ਨਾਲ ਕੀ ਕਰਾਂਗੇ, ਆਈ ਵੁੱਡ ਲਵ ਟੂ ਬਟ ਆਈ ਆਲਰੇਡੀ ਹੈਵ ਪਲਾਨਸ ਟੂਨਾਈਟ, ਕਿ ਮੈਂ ਆਣਾ ਜ਼ਰੂਰ ਪਸੰਦ ਕਰਦਾ, ਪਰ ਅੱਜ ਰਾਤ ਮੇਰਾ ਕਿਤੇ ਹੋਰ ਜਾਣ ਦਾ ਪਲਾਨ ਪਹਿਲਾਂ ਤੋਂ ਹੀ ਹੈ। Activity 12. Write the dialogue using the hints given in the poster on page 110। ਜਿਹੜਾ ਇਹ ਪੋਸਟਰ ਅਸੀਂ ਪੜਿਆ ਹੈ ਇਨਫਾਰਮਲ ਤੇ ਫਾਰਮਲ ਵਾਲਾ, ਸੋ ਇਹਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਤੁਸੀਂ ਆਪਣੇ ਪਾਰਟਨਰ ਦੇ ਨਾਲ ਮਿਲ ਕੇ ਕੁਝ ਡਾਇਲੌਗਸ ਲਿਖਣੇ ਹਨ। ਸੋ ਪਾਰਟਨਰ 1 ਕੀ ਹੈ, engage in a dialogue with your friend to invite him or her over to your home for dinner। ਸੋ ਪਾਰਟਨਰ 1 ਕੀ ਕਰੇਗਾ, ਆਪਣੇ ਫਰੈਂਡ ਨੂੰ ਇਨਵਾਈਟ ਕਰੇਗਾ ਕਿ ਉਹ ਉਸ ਦੇ ਘਰ ਡਿਨਰ ਵਾਸਤੇ ਆਏ। ਪਾਰਟਨਰ 2, decline the invitation after asking questions about the day, time, occasion, etc। ਤੇ ਸੈਕਿੰਡ ਪਾਰਟਨਰ ਉਸ ਡੇ ਬਾਰੇ ਪੁੱਛਦੇ ਹੋਏ, ਟਾਈਮ ਬਾਰੇ ਪੁੱਛਦੇ ਹੋਏ ਤੇ ਮੌਕਾ ਕੀ ਹੈ, ਕਿਉਂ ਬੁਲਾਇਆ ਜਾ ਰਿਹਾ ਹੈ, ਇਹੋ ਜਿਹੇ ਵੱਖ-ਵੱਖ ਸਵਾਲ ਪੁੱਛਣ ਤੋਂ ਬਾਅਦ ਅਖੀਰ ਤੇ ਉਹ ਮਨਾ ਕਰੇਗਾ ਕਿ ਉਹ ਨਹੀਂ ਆ ਸਕਦਾ। ਸੋ ਇਹਨਾਂ ਡਾਇਲੌਗਸ ਨੂੰ ਤੁਸੀਂ ਇਸ ਤਰ੍ਹਾਂ ਵੀ ਲਿਖ ਸਕਦੇ ਹੋ। ਥੈਂਕ ਯੂ ਵੈਰੀ ਮਚ ਫॉर ਵਾਚਿੰਗ ਦਿਸ ਵੀਡੀਓ। ਇਹ ਦੋ ਵੀਡੀਓਜ਼ ਮੈਂ ਤੁਹਾਡੇ ਲਈ ਹੋਰ ਸਿਲੈਕਟ ਕੀਤੀਆਂ।
ਉਮੀਦ ਹੈ ਤੁਹਾਨੂੰ ਇਹ ਵੀ ਪਸੰਦ ਆਣਗੀਆਂ। ਨਾਲ ਹੀ ਤੁਹਾਡੇ ਨਾਲ ਸੰਬੰਧਿਤ ਪਲੇਲਿਸਟ ਵੀ ਮੈਂ ਅਟੈਚ ਕਰ ਦਿੱਤੀ ਹੈ। ਉਮੀਦ ਹੈ ਤੁਹਾਨੂੰ ਮੇਰੇ ਵੱਲੋਂ ਕੀਤੀਆਂ ਜਾਣ ਵਾਲੀਆਂ ਇਹ ਐਫਰਟਸ ਜ਼ਰੂਰ ਪਸੰਦ ਆ ਰਹੀਆਂ ਹੋਣਗੀਆਂ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋਗੇ। ਥੈਂਕ ਯੂ ਵੈਰੀ ਮੱਚ। ਮਿਲਦੇ ਹਾਂ ਅਗਲੀ ਵੀਡੀਓ ਵਿੱਚ।